So, although we are studying about the motion of an object in a straight line or motion in a straight line, we will like to know about the other dimensions in which motion can take place. So there are basically three dimensions in our universe which we know. So we know a straight line, so means we have only a straight line, only one line to go, there is no turns, nothing to go. So we have only a straight line, so on which we can move. So this is one dimensional motion. But if say we, rather than moving on a straight line, we move in one direction, then we move in the other direction, we move in this direction, then we move in that direction, then move in this direction, like this. So in this case you cannot say you are going in one dimension, one direction only. We are changing our direction after some time or so. So therefore this type of motion in which we have to be in a plane. So if we cannot move, so here we have only a line, or you can say this is something like an acrobat who is moving on a rope. एक रस्सी ਦੇ ਉੱਪਰ ਜਦੋਂ ਇੱਕ ਖਿਡਾਰੀ ਜਿਹੜਾ ਹੈਗਾ ਸਰਕਸ ਕਰਨ ਵਾਲਾ ਉਹ ਇੱਕ ਰੱਸੀ ਦੇ ਉੱਪਰ ਹੀ ਤੁਰੀ ਜਾਂਦਾ ਤੇ ਉਹ ਸਿੱਧੀ ਰੇਖਾ ਤੋਂ ਇੱਧਰ ਉੱਧਰ ਕੋਈ ਜਗ੍ਹਾ ਹੀ ਨਹੀਂ ਹੁੰਦੀ ਕਿਤੇ ਜਾਣ ਲਈ, ਤਾਂ ਉਹ ਇੱਕ ਸਰਲ ਰੇਖਾ ਦੀ ਮੋਸ਼ਨ ਹੀ ਕਰਦਾ ਹੈ। ਪਰ ਜਦੋਂ ਅਸੀਂ ਸੜਕਾਂ 'ਤੇ ਤੁਰਦੇ ਹਾਂ, ਗਲੀਆਂ ਮੁਹੱਲਿਆਂ 'ਚ ਤੁਰਦੇ ਹਾਂ, ਤਾਂ ਉਦੋਂ ਆਪਾਂ ਇੱਦਾਂ ਦੀਆਂ ਸਿੱਧੀਆਂ ਲਕੀਰਾਂ ਦੇ ਉੱਤੇ ਨਹੀਂ ਤੁਰਦੇ। ਉਦੋਂ ਸਾਡੀਆਂ ਗਲੀਆਂ ਮੁਹੱਲੇ ਦੇ ਵਿੱਚ ਸੜਕਾਂ ਹੁੰਦੀਆਂ, ਗੋਲ ਹੁੰਦੀਆਂ, ਘੁੰਮਦੀਆਂ, ਮੋੜ ਕੱਟਦੇ ਆ, ਗਾਂਹ ਵੱਧਦੇ ਆ। ਸੋ ਇੱਦਾਂ ਕਰਕੇ ਉਹ ਇੱਕ ਸਰਲ ਰੇਖਾ ਨਹੀਂ ਹੁੰਦੀ, ਇਹ ਪ੍ਰੈਕਟੀਕਲ ਗੱਲ ਆ। ਅਤੇ ਅਸੀਂ ਜ਼ਮੀਨ ਦੇ ਉੱਪਰ ਹੀ ਰਹਿੰਦੇ ਹਾਂ, ਅਸੀਂ ਜ਼ਮੀਨ ਤੋਂ ਛਾਲਾਂ ਨਹੀਂ ਮਾਰਦੇ। ਪਰ ਇਹਦੇ ਵਿੱਚ ਇਹਦਾ ਮਤਲਬ ਕਿ ਅਸੀਂ ਇੱਕ ਐਕਸ ਵਾਲੇ ਪਾਸੇ ਨੂੰ ਮੋਸ਼ਨ ਕਰਦੇ ਹਾਂ, ਇੱਕ ਅਸੀਂ ਵਾਈ ਵਾਲੇ ਪਾਸੇ ਨੂੰ ਮੋਸ਼ਨ ਕਰਦੇ ਹਾਂ। ਸੋ ਜਦੋਂ ਅਸੀਂ ਸਿਰਫ ਇੱਕ ਲਾਈਨ 'ਤੇ ਹੀ ਚੱਲਦੇ ਹਾਂ ਤਾਂ ਉਹਨੂੰ ਜਿਹੜੀ ਮਰਜ਼ੀ ਲਾਈਨ, ਆਪਾਂ ਜ਼ਰੂਰੀ ਨਹੀਂ ਕਾਪੀ ਦੇ ਹਿਸਾਬ ਨਾਲ ਇਹਨੂੰ ਹੀ ਐਕਸ ਮੰਨਣਾ ਵਾ ਅਤੇ ਇਹਦੇ ਪਰਪੈਂਡੀਕੂਲਰ ਇੱਕ ਲਾਈਨ ਨੂੰ ਵਾਈ ਮੰਨਣਾ। ਅਸੀਂ ਇਹਨੂੰ ਵੀ ਐਕਸ ਮੰਨ ਸਕਦੇ ਹਾਂ ਅਤੇ ਇਹਦੇ ਪਰਪੈਂਡੀਕੂਲਰ ਇੱਕ ਹੋਰ ਕੋਈ ਲਾਈਨ ਨੂੰ ਵਾਈ ਮੰਨ ਸਕਦੇ ਹਾਂ, ਜਿਹਨੂੰ ਮਰਜ਼ੀ ਐਕਸ ਅਤੇ ਜਿਹਨੂੰ ਮਰਜ਼ੀ। ਪਰ ਇਹ ਕਿ ਦੋਨੋਂ ਲਾਈਨਾਂ ਐਕਸ ਅਤੇ ਵਾਈ 90 ਡਿਗਰੀ ਦੇ ਕੋਣ 'ਤੇ ਹੋਣੀਆਂ ਚਾਹੀਦੀਆਂ, ਤਾਂ ਆਪਾਂ ਗਰਾਫ ਬਣਾ ਸਕਦੇ ਹਾਂ। ਇਹਦੇ ਵਿੱਚ ਤਾਂ ਹੁਣ ਕਾਪੀ 'ਤੇ ਲਾਈਨਾਂ ਲੱਗੀਆਂ ਹੋਈਆਂ, ਆਮ ਕਰਕੇ ਤੁਹਾਡੀ ਕਾਪੀ 'ਤੇ ਵੀ ਲਾਈਨਸ ਲੱਗੀਆਂ ਹੁੰਦੀਆਂ। ਪਰ ਜੇ ਇਹ ਪਲੇਨ ਪੇਜ ਹੋਵੇ ਤਾਂ ਪਲੇਨ ਪੇਜ ਤੁਹਾਨੂੰ ਕੀ ਪਤਾ ਕਿੱਦਾਂ ਰੱਖਿਆ ਹੋਊਗਾ, ਤਾਂ ਫਿਰ ਉਹਦੇ ਐਕਸ ਵਾਈ ਤੁਸੀਂ ਆਪਣੀ ਮਰਜ਼ੀ ਨਾਲ ਜਿੱਧਰ ਨੂੰ ਮਰਜ਼ੀ ਸੋਚ ਸਕਦੇ ਹਾਂ। ਸੋ ਜਿਹੜਾ ਮਰਜ਼ੀ ਪਾਸਾ ਤੁਸੀਂ ਐਕਸ ਲੈ ਸਕਦੇ ਹੋ, ਜਿਹੜੇ ਮਰਜ਼ੀ ਪਾਸੇ ਨੂੰ ਤੁਸੀਂ ਵਾਈ ਲੈ ਸਕਦੇ ਹੋ। ਸੋ ਇਸ ਤਰ੍ਹਾਂ ਹੀ ਜਦੋਂ ਐਕਸ ਅਤੇ ਵਾਈ ਦੀਆਂ ਦੋ ਗੱਲਾਂ ਦੱਸਣੀਆਂ ਪੈ ਜਾਂਦੀਆਂ, ਉਦੋਂ ਆਪਾਂ ਉਹਨੂੰ ਟੂ ਡਿਮੈਂਸ਼ਨਲ ਮੋਸ਼ਨ ਕਹਿੰਦੇ ਹਾਂ, ਟੂ ਡਿਮੈਂਸ਼ਨਲ ਮੋਸ਼ਨ। ਸੋ ਜਦੋਂ ਅਸੀਂ ਇੱਕੋ ਹੀ ਲਾਈਨ 'ਤੇ ਚੱਲਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਵਨ ਡਿਮੈਂਸ਼ਨਲ ਮੋਸ਼ਨ। ਹੁਣ ਇੱਦਾਂ ਥਰੀ ਡਿਮੈਂਸ਼ਨਲ ਮੋਸ਼ਨ। ਥਰੀ ਡਿਮੈਂਸ਼ਨਲ ਮੋਸ਼ਨ ਵਿੱਚ ਆਪਣੇ ਕੋਲ ਐਕਸ ਵਾਈ ਅਤੇ ਜ਼ੈਡ ਤਿੰਨ ਗੱਲਾਂ ਹੋ ਜਾਂਦੀਆਂ। ਐਕਸ ਵਾਈ ਅਤੇ ਜ਼ੈਡ ਤਿੰਨ ਪਾਸੇ ਹੋ ਜਾਂਦੇ ਆ, ਜਿਹੜੇ ਕਿ ਅਸਲ ਵਿੱਚ ਸਾਡੀ ਲਾਈਫ ਦੇ ਵਿੱਚ ਆਮ ਅਸੀਂ ਜਿਹੜੀ ਜ਼ਿੰਦਗੀ ਜੀਂਦੇ ਹਾਂ ਉਹਦੇ ਵਿੱਚ ਐਕਸ ਅਤੇ ਵਾਈ ਜ਼ੈਡ ਤਿੰਨੇ ਹੀ ਹੈਗੇ ਆ। ਇਹਦਾ ਕੀ ਮਤਲਬ ਆ ਕਿ ਅਸੀਂ ਇਕੱਲਾ ਜ਼ਮੀਨ 'ਤੇ ਹੀ ਨਹੀਂ ਹੈਗੇ। ਜੇ ਅਸੀਂ ਜ਼ਮੀਨ 'ਤੇ ਖੜ੍ਹੇ ਵੀ ਹਾਂ ਤਾਂ ਸਾਡੀ ਉਚਾਈ ਆ, ਅਸੀਂ ਜ਼ਮੀਨ 'ਤੇ ਫਲੈਟ ਨਹੀਂ ਹੈਗੇ ਵੀ ਸਾਰੇ ਜਾਣੇ ਜ਼ਮੀਨ ਨਾਲ ਚੁੰਬੜੇ ਨਹੀਂ ਹੋਏ, ਅਸੀਂ ਜ਼ਮੀਨ ਤੋਂ ਉੱਪਰ ਹਾਂ। ਇਹਦਾ ਮਤਲਬ ਜੇ ਅਸੀਂ ਜ਼ਮੀਨ 'ਤੇ ਤੁਰਦੇ ਹਾਂ ਅਤੇ ਸਾਡੀ ਉਚਾਈ ਵੀ ਹੈਗੀ ਆ। ਜਾਂ ਜੇ ਤੁਸੀਂ ਉੱਦਾਂ ਲੈ ਲਓ ਕਿ ਇੱਕ ਮੱਖੀ ਜਿਹੜੀ ਉੱਡਦੀ ਪਈ ਆ ਉਹ ਐਕਸ ਵਾਲੇ ਪਾਸੇ ਨੂੰ ਵੀ ਜਾਊਗੀ, ਉਹ ਵਾਈ ਵਾਲੇ ਪਾਸੇ ਨੂੰ ਵੀ ਜਾਊਗੀ, ਅਤੇ ਫਿਰ ਉਹ ਜ਼ੈਡ ਵਾਲੇ ਪਾਸੇ, ਜ਼ੈਡ ਜਿਹੜਾ ਹੈਗਾ ਉਹ ਹਵਾ 'ਚ ਆ, ਮੀਨਜ਼ ਲਾਈਕ ਦਿਸ ਆ, ਇਹ ਤੋਂ ਬਾਹਰ ਨੂੰ ਨਿਕਲਿਆ ਹੋਇਆ ਜਿਹੜਾ ਜ਼ੈਡ ਆ ਉਹ ਬਾਹਰ ਨੂੰ ਆ। ਠੀਕ ਆ। ਸੋ ਐਕਸ ਵਾਈ ਜ਼ੈਡ ਜਿਹੜਾ ਹੈਗਾ ਉਹ ਬਾਹਰ ਨੂੰ ਹੈਗਾ। ਐਕਸ ਵਾਈ ਪਲੇਨ ਹੋ ਗਿਆ, ਜ਼ਮੀਨ ਹੋ ਗਈ, ਅਤੇ ਜ਼ੈਡ ਉੱਪਰ ਵੱਲ ਨੂੰ ਹੋ ਗਿਆ। ਇੱਦਾਂ ਸਮਝ ਲਓ। ਇਹਦੇ 'ਚ ਇਹ ਨਹੀਂ ਹੈਗਾ ਵੀ ਜ਼ੈਡ ਹੀ ਉੱਪਰ ਵੱਲ ਨੂੰ, ਤੁਸੀਂ ਐਕਸ ਉੱਪਰ ਵੱਲ ਨੂੰ ਮੰਨ ਕੇ ਅਤੇ ਵਾਈ ਅਤੇ ਜ਼ੈਡ ਨੂੰ ਜਿਹੜਾ ਹੈਗਾ ਉਹਨੂੰ ਜ਼ਮੀਨ 'ਤੇ ਮੰਨ ਲਓ। ਅਤੇ ਤੁਸੀਂ ਇੱਦਾਂ ਵੀ ਮੰਨ ਸਕਦੇ ਹਾਂ ਕਿ ਆਹ ਜ਼ਮੀਨ ਹੈਗੀ ਆ, ਇਹਦੇ 'ਚ ਵਾਈ ਅਤੇ ਜ਼ੈਡ ਹੈਗਾ, ਅਤੇ ਐਕਸ ਜਿਹੜਾ ਹੈਗਾ ਇਹ ਉੱਭਰਿਆ ਹੋਇਆ ਕਿਉਂਕਿ ਬਾਹਰ ਨੂੰ ਇਹਨੂੰ ਕਾਪੀ ਤੋਂ ਅਸੀਂ ਬਾਹਰ ਤਾਂ ਨਹੀਂ ਨਾ ਬਣਾ ਸਕਦੇ। ਸੋ ਇਹ ਹੈਗਾ ਵਾ ਐਕਸ। ਸੋ ਕਿਸੇ ਨੂੰ ਵੀ ਤੁਸੀਂ ਬਾਹਰ ਨੂੰ ਲੈ ਸਕਦੇ ਹੋ। ਇਹ ਅਸਲ ਵਿੱਚ ਤੁਸੀਂ ਇੱਦਾਂ ਦੇਖੋ, ਆਹ ਦੇਖੋ। ਸੋ ਦਿਸ ਇਜ਼ ਸਮਥਿੰਗ ਲਾਈਕ ਦਿਸ। ਸੋ ਇਹ ਇੱਦਾਂ ਕਰਕੇ ਉੱਪਰ ਨੂੰ ਆ, ਇਹ ਉੱਪਰ ਨੂੰ। ਸੋ ਲਾਈਕ ਦਿਸ। ਸੋ ਇਸ ਤਰ੍ਹਾਂ ਇਹ
ਜਿਹੜੀ ਚੀਜ਼ ਆ ਵੀ ਉੱਪਰ ਨੂੰ ਹੈਗਾ ਇਹ। ਸੋ ਦਿਸ ਇਜ਼ ਹਾਊ ਯੂ ਹੈਵ ਇਨ ਆਊਟਵਰਡ ਡਾਇਰੈਕਸ਼ਨ, ਦਿਸ ਐਕਸ ਇਜ਼ ਆਊਟਵਰਡ। ਮਤਲਬ ਇਹ ਵਾਲੀ ਲਕੀਰ ਹੁਣ ਅਸੀਂ ਕਿੱਦਾਂ ਹਵਾ 'ਚ ਥੋੜ੍ਹੀ ਬਣਾ ਸਕਦੇ ਹਾਂ, ਇਸ ਕਰਕੇ ਇਹਨੂੰ ਥੋੜ੍ਹੀ ਟੇਢੀ ਬਣਾ ਦਿੰਦੇ ਹੁੰਦੇ ਹਾਂ। ਸੋ ਦਿਸ ਇਜ਼ 3 ਡਾਇਮੈਂਸ਼ਨਸ। ਆਲਦੋ ਇਹ ਜਿਹੜਾ ਚੈਪਟਰ ਹੈ, ਆਲਦੋ ਦਿਸ ਚੈਪਟਰ ਇਜ਼ ਕੰਸਰਨਡ ਵਿਦ motion in straight line, but we must know there is 2-dimensional motion and there is 3-dimensional motion. So 2-dimensional motion ਦੀਆਂ ਐਗਜ਼ਾਮਪਲਸ ਤੁਸੀਂ ਸੋਚ ਸਕਦੇ ਹੋ, ਇੱਕ ਕੀੜੀ ਆ, ਆਂਟ ਆ, ਉਹ ਜਿਹੜੀ ਹੈਗੀ ਆ ਕੀੜੀ ਤੁਰੀ ਜਾਂਦੀ ਹੈਗੀ ਆ ਇੱਧਰ ਉੱਧਰ, ਸੱਪ ਰੀਂਗਦਾ ਪਿਆ ਵਾ, ਛਿਪਕਲੀ ਜ਼ਮੀਨ 'ਤੇ ਤੁਰੀ ਹੋਈ ਆ ਜਾਂ ਛਿਪਕਲੀ ਕੰਧ 'ਤੇ ਤੁਰਦੀ ਪਈ ਆ। ਸੋ ਇਨ ਆਲ ਥੀਸ ਕੇਸਿਸ ਦੇ ਆਰ ਹੈਵਿੰਗ 2-dimensional motion ਓਨਲੀ। ਉਹਨਾਂ ਦਾ ਸਿਰਫ ਐਕਸ ਅਤੇ ਵਾਈ ਹੀ ਬਦਲਦਾ ਪਿਆ ਹੈਗਾ। ਜਦ ਕਿ ਜਿਹੜੀ ਮੱਖੀ ਉੱਡੂਗੀ, ਜਦੋਂ ਮੱਖੀ ਉੱਡੂਗੀ ਤਾਂ ਉਹ ਤੁਹਾਨੂੰ ਪਤਾ ਕਿ ਹਵਾ 'ਚ ਉੱਡੂਗੀ ਤਾਂ ਉਹ ਇੱਕ ਕੰਧ ਤੋਂ ਅਤੇ ਦੂਜੀ ਕੰਧ ਤੋਂ ਦੂਰ ਜਾਊਗੀ ਅਤੇ ਜ਼ਮੀਨ ਤੋਂ ਵੀ ਦੂਰ ਜਾਊਗੀ। ਇਹਦਾ ਮਤਲਬ ਉਹਦਾ ਐਕਸ ਵੀ ਬਦਲੂਗਾ, ਉਹਦਾ ਵਾਈ ਵੀ ਬਦਲੂਗਾ, ਉਹਦਾ ਜ਼ੈਡ ਵੀ ਬਦਲੂਗਾ। ਮੀਨਸ ਉੱਪਰ ਨੂੰ ਵੀ ਉਹ ਜਾ ਰਹੀ ਆ, ਇੱਧਰ ਨੂੰ ਵੀ ਜਾ ਰਹੀ ਆ, ਉੱਧਰ ਨੂੰ ਵੀ ਜਾ ਰਹੀ ਆ, ਉੱਪਰ ਨੂੰ ਵੀ ਜਾ ਰਹੀ ਆ, ਵੱਖ ਵੱਖ ਸਮਿਆਂ 'ਤੇ। ਸੋ ਜਿੱਦਾਂ ਮੈਂ ਆ ਪੈਨ ਨੂੰ ਹੀ ਤੁਹਾਨੂੰ ਮੂਵ ਕਰਕੇ ਦਿਖਾਉਂਦਾ, ਪੈਨ ਬਿਲਕੁਲ ਨਾਲ ਟੱਚ ਕੀਤਾ, ਆਹ ਦੇਖੋ ਆਹ ਉੱਪਰ ਆ ਗਿਆ, ਆਹ ਥੱਲੇ ਚਲਾ ਗਿਆ, ਆ ਇੱਧਰ ਨੂੰ ਆ ਗਿਆ, ਆ ਉੱਧਰ ਨੂੰ ਚਲਾ ਗਿਆ। ਇਹਦਾ ਮਤਲਬ ਐਕਸ ਵੀ ਬਦਲਿਆ, ਵਾਈ ਵੀ ਬਦਲਿਆ, ਉੱਪਰ ਨੂੰ ਗਿਆ ਇਸ ਲਈ ਜ਼ੈਡ ਵੀ ਬਦਲਿਆ। ਸੋ ਇੱਦਾਂ ਦੀ ਮੋਸ਼ਨ ਜਿਹਦੇ ਵਿੱਚ ਐਕਸ ਵਾਈ ਜ਼ੈਡ ਤਿੰਨੇ ਹੀ ਦੱਸਣੇ ਪੈਣ, ਉਹਨੂੰ ਆਪਾਂ ਫਿਰ ਕੀ ਕਹਿੰਦੇ ਆ 3D ਕਹਿੰਦੇ ਆ, ਜਾਂ 3 ਡਾਇਮੈਂਸ਼ਨਲ ਆਪਾਂ ਉਹਨੂੰ ਕਹਿੰਦੇ ਆ। 2 ਡਾਇਮੈਂਸ਼ਨਲ ਸਿਰਫ ਕਾਗਜ਼ 'ਤੇ ਹੋ ਸਕਦਾ, ਜ਼ਮੀਨ 'ਤੇ ਹੋ ਸਕਦਾ, ਕੰਧ 'ਤੇ ਹੋ ਸਕਦਾ, ਮੇਜ਼ ਦੇ ਉੱਪਰ ਹੋ ਸਕਦਾ। ਉਹਦੇ ਤੋਂ ਛਾਲਾਂ ਨਹੀਂ ਮਾਰ ਸਕਦੇ ਅਸੀਂ, ਹਵਾ 'ਚ ਨਹੀਂ ਆ ਸਕਦੇ ਉੱਥੋਂ, ਉਹਦੇ ਨਾਲ ਹੀ ਚੁੰਬੜੇ ਰਹਿਣਾ ਪਊਗਾ ਆਪਾਂ ਨੂੰ। ਸੋ ਇਹ ਜਿੱਦਾਂ ਅਸੀਂ ਪੇਂਟਿੰਗ ਕਰ ਦਈਏ, ਇੱਕ ਫੋਟੋ ਬਣਾਈਏ ਤਾਂ ਉਹ ਫੋਟੋ ਜਿਹੜੀ ਹੁੰਦੀ ਪੇਂਟਿੰਗ ਕਰ ਦਿੰਦੇ ਆ, ਉਹ ਕਾਗਜ਼ ਦੇ ਉੱਤੇ ਹੀ ਰਹਿੰਦੀ ਆ, ਉਹ 2 ਡਾਇਮੈਂਸ਼ਨਲ ਹੋ ਜਾਂਦੀ ਆ। ਅਤੇ 3 ਡਾਇਮੈਂਸ਼ਨਲ ਜਿਹੜੀ ਚੀਜ਼ ਹੁੰਦੀ ਆ ਉਹ ਉੱਭਰੀ ਹੋਈ ਹੋਊਗੀ, ਉਹ ਬਾਹਰ ਨੂੰ ਨਿਕਲੀ ਹੋਈ ਹੋਊਗੀ, ਉਹ ਕਾਗਜ਼ 'ਤੇ ਨਹੀਂ ਆ ਸਕਦੀ, ਜ਼ਮੀਨ 'ਤੇ ਨਹੀਂ ਰਹਿ ਸਕਦੀ, ਉਹ ਜ਼ਮੀਨ ਤੋਂ ਬਾਹਰ ਹੋਊਗੀ, ਉਹਦੇ ਉਚਾਈ ਵੀ ਤੁਸੀਂ ਦੱਸ ਸਕਦੇ ਹੈਗੇ ਆ। ਸੋ ਇਸ ਤਰ੍ਹਾਂ ਤੁਹਾਡੇ ਕੋਲ ਇਹ 1 ਡਾਇਮੈਂਸ਼ਨਲ, 2 ਡਾਇਮੈਂਸ਼ਨਲ ਅਤੇ 3 ਡਾਇਮੈਂਸ਼ਨਲ ਮੋਸ਼ਨਸ ਹੁੰਦੀਆਂ ਆ। ਫਿਲਹਾਲ ਆਪਾਂ ਕੰਸਰਨਡ ਹੈਗੇ ਆ 1 ਡਾਇਮੈਂਸ਼ਨ ਦੇ, ਕਿਉਂਕਿ ਇਹਦੇ ਵਿੱਚ ਕੰਪਲੀਕੇਸ਼ਨਸ ਆਉਣੀਆਂ ਆ। ਅਸੀਂ ਪਹਿਲਾਂ ਸੌਖੀਆਂ ਗੱਲਾਂ ਜਿਹੜੀਆਂ ਉਹ 1 ਡਾਇਮੈਂਸ਼ਨ ਦੇ ਨਾਲ ਹੀ ਸਮਝਾਂਗੇ, ਉਸ ਤੋਂ ਬਾਅਦ ਉਹ ਵਾਲੇ ਕਨਸੈਪਟਸ ਨੂੰ ਫਿਰ 2 ਡਾਇਮੈਂਸ਼ਨ ਅਤੇ 3 ਡਾਇਮੈਂਸ਼ਨ ਵਿੱਚ ਵਧਾ ਦਾਂਗੇ। ਸੋ ਪਹਿਲਾਂ ਅਸੀਂ ਕੁਛ ਚੀਜ਼ਾਂ ਜਿਹੜੀਆਂ ਉਹ ਇਹੀ ਮੰਨ ਕੇ ਚੱਲਾਂਗੇ ਕਿ ਸਾਡੀ ਜਿਹੜੀ ਸੜਕ ਆ, ਸਾਡਾ ਜਿਹੜਾ ਸਾਡਾ ਸ਼ਹਿਰ ਆ, ਸਾਡਾ ਜਿਹੜਾ ਪਿੰਡ ਆ, ਇਟ ਇਜ਼ ਓਨਲੀ ਲਾਈਂਗ ਔਨ ਏ ਸਟਰੇਟ ਲਾਈਨ। ਸੋ ਸਾਰਾ ਕੁਛ ਇੱਕ ਸਟਰੇਟ ਲਾਈਨ, ਇੱਕ ਸਰਲ ਰੇਖਾ ਦੇ ਉੱਪਰ ਹੀ ਆ ਸਾਰਾ ਕੁਛ, ਕਿਤੇ ਵੀ ਕਿਸੇ ਤਰ੍ਹਾਂ ਦਾ ਮੋੜ ਨਹੀਂ ਹੈਗਾ। ਅਸੀਂ ਇੱਕ ਪਾਸੇ ਤੋਂ ਸ਼ੁਰੂ ਹੁੰਦੇ ਹਾਂ ਤਾਂ ਸਿੱਧੀ ਲਕੀਰ 'ਤੇ ਫਿਰ ਅਸੀਂ ਚੱਲੀ ਜਾਂਦੇ ਹਾਂ, ਚੱਲੀ ਜਾਂਦੇ ਹਾਂ, ਚੱਲੀ ਜਾਂਦੇ ਹਾਂ, ਸਿੱਧੀ 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 ਲਕੀਰ ਹੀ ਆ। ਇੱਥੇ ਹੀ ਸਾਡਾ ਬਾਜ਼ਾਰ ਆ, ਇੱਥੇ ਸਕੂਲ ਆ, ਇੱਥੇ ਘਰ ਆ, ਇੱਥੇ ਹੀ ਸਾਡੇ ਰਿਸ਼ਤੇਦਾਰ ਰਹਿੰਦੇ ਆ, ਇੱਥੇ ਦੋਸਤ ਰਹਿੰਦੇ ਆ, ਇੱਥੇ ਹਸਪਤਾਲ ਆ, ਇੱਥੇ ਹੀ ਹੋਰ ਕਿਸੇ ਤਰ੍ਹਾਂ ਦੀ ਦੁਕਾਨ ਆ, ਇੱਥੇ ਵਾਟਐਵਰ, ਸਾਰਾ ਕੁਛ ਇੱਕ ਸਰਲ ਰੇਖਾ 'ਤੇ ਹੀ ਆ ਬਸ। ਵੀ ਇੱਕ ਸਿੱਧੀ ਲਕੀਰ ਹੈਗੀ ਆ, ਉਹ ਸਿੱਧੀ ਲਕੀਰ ਦੇ ਉੱਤੇ ਹੀ ਸਾਰਾ ਕੁਛ ਹੈਗਾ ਵਾ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਮੋੜ ਨਹੀਂ ਹੈਗੇ, ਸਿਰਫ ਸਿੱਧੇ 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 ਹੀ ਆਪਾਂ ਜਾਈ ਜਾਂਦੇ ਹਾਂ। ਸੋ ਦਿਸ ਇਜ਼ ਹਾਊ ਯੂ ਹੈਵ ਦਿਸ 1 ਡਾਇਮੈਂਸ਼ਨ। ਸੋ 1 ਡਾਇਮੈਂਸ਼ਨ ਯੂ ਕੈਨ ਨੋਟ ਹੈਵ ਕਿ ਵੀ ਇੱਧਰਲੇ ਪਾਸੇ ਨੂੰ ਹੀ ਲੈਣਾ ਵਾ ਆਪਾਂ। 1 ਡਾਇਮੈਂਸ਼ਨ ਮੈਨੇ ਇੱਕ ਸਰਲ ਰੇਖਾ ਹੋਣੀ ਚਾਹੀਦੀ ਆ, ਉਹ 'ਚ ਮੋੜ ਨਹੀਂ ਹੋਣਾ ਚਾਹੀਦਾ। ਉਹ ਜਿੱਧਰ ਨੂੰ ਮਰਜ਼ੀ ਤੁਹਾਡਾ ਦਿਲ ਕਰਦਾ ਤੁਸੀਂ ਬਣਾ ਲਓ, ਤੁਸੀਂ ਇੱਧਰ ਨੂੰ ਬਣਾ ਲਓ, ਤੁਸੀਂ ਇੱਧਰ ਨੂੰ ਬਣਾ ਲਓ, ਤੁਸੀਂ ਉੱਧਰ ਨੂੰ ਬਣਾ ਲਓ, ਤੁਸੀਂ ਐਂ ਨੂੰ ਬਣਾ ਲਓ, ਜਿੱਧਰ ਨੂੰ ਮਰਜ਼ੀ ਬਣਾ ਲਓ, ਬਟ ਉਹ ਸਰਲ ਰੇਖਾ ਹੋਣੀ ਚਾਹੀਦੀ ਆ। ਤਾਂ ਫਿਰ ਉਹਦੇ ਉੱਪਰ ਕੀਤੀ ਹੋਈ ਸਾਰੀ ਮੋਸ਼ਨ ਜਿਹੜੀ ਹੋਊਗੀ ਦੈਟ ਵਿਲ ਬੀ 1 ਡਾਇਮੈਂਸ਼ਨਲ ਮੋਸ਼ਨ। ਹੁਣ ਇਹਦੇ ਨਾਲ 1 ਡਾਇਮੈਂਸ਼ਨਲ ਮੋਸ਼ਨ, ਇੱਕ ਸਰਲ ਰੇਖਾ 'ਤੇ ਕੀਤੀ ਹੋਈ ਮੋਸ਼ਨ ਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਹੋਣਗੀਆਂ ਉਹ ਬਦਲਣਗੀਆਂ, ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਹੁਣ ਉਹ ਕਿਹੜੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ? ਸਭ ਤੋਂ ਪਹਿਲਾਂ ਤਾਂ ਦੇਖੋ, ਤੁਸੀਂ ਸੋਚ ਕੇ ਦੇਖੋ ਕਿ ਜਦੋਂ ਤੁਸੀਂ ਕਿਸੇ ਚੀਜ਼ ਦੇ ਬਾਰੇ ਜਾਣਕਾਰੀ ਲੈਣੀ ਹੁੰਦੀ ਆ ਤਾਂ ਪਹਿਲਾਂ ਤੁਹਾਨੂੰ 0 ਪਤਾ ਹੋਣਾ ਚਾਹੀਦਾ। ਬਿਨਾਂ 0 ਤੋਂ ਤੁਸੀਂ ਗਿਣਤੀ ਨਹੀਂ ਸ਼ੁਰੂ ਕਰ ਸਕਦੇ। ਜਿੱਦਾਂ ਤੁਸੀਂ ਪੌੜੀ ਚੜ੍ਹਦੇ ਆ ਕੋਠੇ 'ਤੇ ਮੰਨ ਲਓ, ਤਾਂ ਜਿਹੜੀ ਪੌੜੀ ਤੁਸੀਂ ਚੜ੍ਹਦੇ ਆ ਉਹ ਤੋਂ ਤੁਸੀਂ ਕਹਿੰਦੇ ਪਹਿਲੀ ਪੌੜੀ 'ਤੇ ਪੈਰ ਰੱਖਿਆ, ਪਹਿਲੀ ਤੋਂ ਪਹਿਲੋਂ ਕੀ ਸੀਗਾ? ਫਿਰ ਪਹਿਲੀ ਤੋਂ ਪਹਿਲੋਂ 0 ਸੀਗਾ। ਇਹਦਾ ਮਤਲਬ 0 ਤੋਂ ਗਿਣਤੀ ਸ਼ੁਰੂ ਹੁੰਦੀ ਆ। 0 ਦੈਨ ਯੂ ਹੈਵ 1, ਦੈਨ ਯੂ ਹੈਵ 2, ਦੈਨ ਯੂ ਹੈਵ 3। ਸੋ 0 ਤੋਂ ਲੈ ਕੇ 1 ਤੱਕ ਅਸੀਂ ਪਹੁੰਚਦੇ ਹਾਂ, ਫਿਰ 1 ਤੋਂ 2 ਪਹੁੰਚਦੇ ਹਾਂ, ਫਿਰ 2 ਤੋਂ 3 ਪਹੁੰਚਦੇ ਹਾਂ। ਇਹਦਾ ਮਤਲਬ ਕੋਈ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ 0 ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ। ਇਹਨੂੰ ਅਸੀਂ ਕਹਿੰਦੇ ਹਾਂ ਮੂਲ ਬਿੰਦੂ ਜਾਂ ਓਰੀਜਨ। ਸੋ ਇੱਥੇ ਆਪਾਂ ਜਦੋਂ ਇਹਦੀ ਗੱਲ ਕਰਨੀ ਆ, ਸੋ ਇਹ ਜਿਹੜਾ ਮੂਲ ਬਿੰਦੂ ਆ ਜਾਂ ਓਰੀਜਨ ਹੈ, ਇਹ ਟਾਈਮ ਦੇ ਸੰਬੰਧ 'ਚ ਵੀ ਹੋ ਸਕਦਾ। ਤੁਸੀਂ ਕਹਿੰਦੇ ਹੋ ਵੀ ਮੈਂ 2 ਘੰਟੇ 'ਚ ਇੱਥੇ ਪਹੁੰਚਿਆ, ਇਹਦਾ ਮਤਲਬ ਤੁਸੀਂ 12 ਮੰਨ ਲਓ ਕਿ 12 ਵਜੇ ਪਹੁੰਚ ਗਏ, 12 ਵਜੇ ਉੱਥੇ ਪਹੁੰਚ ਗਏ, ਤਾਂ ਇਹਦਾ ਮਤਲਬ ਤੁਸੀਂ 2 ਘੰਟੇ 'ਚ ਪਹੁੰਚ ਗਏ, ਤਾਂ ਫਿਰ ਇਹਦਾ ਮਤਲਬ 2 ਘੰਟੇ ਲੱਗੇ ਤੁਹਾਨੂੰ
2 ਘੰਟੇ 2 ਆਵਰਸ, ਤਾਂ ਫਿਰ ਤੁਸੀਂ 10 ਵਜੇ ਚੱਲੇ ਹੋਵੋਗੇ ਤਾਂ ਹੀ 2 ਘੰਟੇ ਪਹੁੰਚੇ। ਸੋ ਇਹਦਾ ਮਤਲਬ ਆ ਕਿ ਜੇ ਤੁਸੀਂ 12 ਵਜੇ ਚੱਲਦੇ ਤਾਂ ਜਿਹੜੇ ਸੀ 2 ਵਜੇ ਪਹੁੰਚਣਾ ਸੀ। ਸੋ ਇਹਦਾ ਮਤਲਬ ਕਿ ਤੁਸੀਂ ਇਹਨੂੰ 0 ਮੰਨਿਆ, 10 ਨੂੰ 0 ਮੰਨਿਆ, ਇਸ ਲਈ 12 ਜਿਹੜਾ ਉਹ 2 ਘੰਟੇ ਆ। ਸੋ ਮੀਨਸ ਇੱਕ ਟਾਈਮ ਨੂੰ ਤੁਸੀਂ 0 ਮੰਨਣਾ ਵਾ। ਮਤਲਬ ਜੇ ਤੁਹਾਨੂੰ ਮੈਂ ਪੁੱਛਾਂ ਵੀ ਪਹਿਲਾਂ ਤੁਸੀਂ ਕਿੰਨੇ, ਤੁਹਾਡਾ ਜਿਹੜਾ ਪੀਰੀਅਡ ਆ, ਮੰਨ ਲਓ ਸਕੂਲ ਵਿੱਚ ਤੁਹਾਡਾ ਕੋਈ ਪੀਰੀਅਡ ਲੱਗਦਾ ਹੋਊਗਾ, ਮੰਨ ਲਓ 10 ਵਜੇ ਕੋਈ ਪੀਰੀਅਡ ਲੱਗਦਾ ਤੁਹਾਡਾ, ਉਹ ਤੋਂ ਬਾਅਦ 10:40 'ਤੇ ਬੈਲ ਵੱਜਦੀ ਆ, ਤਾਂ ਅਸੀਂ ਤੁਹਾਨੂੰ ਪੁੱਛੇ ਵੀ ਕਿੰਨੀ ਦੇਰ ਦਾ ਪੀਰੀਅਡ ਆ, ਤੁਸੀਂ ਕਹੋਗੇ 40 ਮਿੰਟ ਦਾ ਪੀਰੀਅਡ ਆ। ਇਹਦਾ ਮਤਲਬ ਕੀ ਹੈ ਕਿ ਤੁਸੀਂ ਇਹਨੂੰ 0 ਮੰਨ ਕੇ ਤੇ ਇਹਨੂੰ 40 ਮੰਨ ਕੇ ਆਪਸ 'ਚ ਸਬਟਰੈਕਟ ਕੀਤਾ। ਹੁਣ ਹੋ ਸਕਦਾ ਕਿ ਉਹੀ ਪੀਰੀਅਡ ਮੰਨ ਲਓ 11 ਵਜੇ ਲੱਗਦਾ, ਤਾਂ 11 ਵਜੇ ਤੇ ਫਿਰ 11:40 'ਤੇ ਬੈਲ ਹੋਣੀ ਸੀ, ਤਾਂ ਵੀ ਪੀਰੀਅਡ 40 ਮਿੰਟ ਦਾ ਹੀ ਲੱਗਣਾ ਸੀ। ਇਹਦਾ ਮਤਲਬ ਤੁਸੀਂ ਇਹਨੂੰ 0 ਮੰਨਿਆ, ਇਹਨੂੰ 40 ਮੰਨਿਆ। ਸੋ ਇੱਦਾਂ ਸਮਝ ਲਓ। ਸੋ ਇਟ ਮੀਨਸ ਕਿ ਤੁਸੀਂ ਇੱਕ ਜਿਹੜਾ ਪਹਿਲਾ ਪੁਆਇੰਟ ਆ ਜਿਹਦੇ 'ਚੋਂ ਤੁਸੀਂ ਸਬਟਰੈਕਟ ਕਰਕੇ ਟੋਟਲ ਪਤਾ ਕਰਨਾ ਹੁੰਦਾ, ਉਹਨੂੰ ਤੁਸੀਂ 0 ਮੰਨ ਲੈਂਦੇ ਆ, ਤਾਂ ਹੀ ਤੁਸੀਂ ਸਾਰੀ ਕੈਲਕੂਲੇਸ਼ਨ ਕਰਦੇ ਆ। ਇਹਦਾ ਮਤਲਬ ਜਿੰਨੇ ਮਰਜ਼ੀ ਵੱਜੇ ਹੋਣ, ਤੁਸੀਂ ਅਗਲੇ ਤੋਂ ਪਿਛਲਾ ਘਟਾਉਂਦੇ ਆ ਤਾਂ ਤੁਹਾਨੂੰ ਉਹ ਟਾਈਮ ਪਤਾ ਲੱਗ ਜਾਂਦਾ। ਇੱਦਾਂ ਦੂਰੀ ਆ, ਮੰਨ ਲਓ ਤੁਸੀਂ ਇੱਕ ਜਗ੍ਹਾ ਤੋਂ ਇੱਕ ਜਗ੍ਹਾ 'ਤੇ ਚਲ ਗਏ, ਮੰਨ ਲਓ ਤੁਸੀਂ ਇੱਥੋਂ ਚਲ ਗਏ, ਹੁਣ ਤੁਹਾਨੂੰ ਕਿੱਥੋਂ ਕਿੱਥੇ ਚਲ ਗਏ। ਤੁਸੀਂ ਜੇ ਸੜਕਾਂ 'ਤੇ ਦੇਖਿਆ ਹੋਣਾ ਤਾਂ ਸੜਕਾਂ 'ਤੇ ਮੀਲ ਪੱਥਰ ਲੱਗੇ ਹੁੰਦੇ ਆ, ਮਾਈਲ ਸਟੋਨਸ ਲੱਗੇ ਹੁੰਦੇ ਆ। ਮਾਈਲ ਸਟੋਨਸ 'ਤੇ ਲਿਖਿਆ ਹੁੰਦਾ ਵਾ ਪੀਲੇ ਇੱਦਾਂ ਕਰਕੇ ਹੈ ਨਾ, ਗੋਲ ਜਿਹੇ ਲੱਗੇ ਹੁੰਦੇ ਆ ਪੱਥਰ ਜੇ ਸੜਕ ਦੇ ਕਿਨਾਰੇ, ਉੱਥੇ ਐ ਪੀਲਾ ਜਿਹਾ ਅਤੇ ਚਿੱਟਾ ਜਿਹਾ ਰੰਗ ਉੱਥੇ ਲਿਖਿਆ ਹੁੰਦਾ ਜੀ, ਮੰਨ ਲਓ ਕਿਸੇ ਦਿੱਲੀ ਜਿਹੜਾ ਹੈਗਾ ਵਾ ਉਹ 200 ਕਿਲੋਮੀਟਰ ਰਹਿ ਗਿਆ। ਸੋ ਸਮਥਿੰਗ ਲਾਈਕ ਦਿਸ। ਸੋ ਇੱਦਾਂ ਉੱਥੇ ਲਿਖਿਆ ਹੁੰਦਾ ਵਾ। ਸੋ ਜਿੱਧਰ ਨੂੰ ਤੁਸੀਂ ਮੰਨ ਲਓ ਇੱਧਰ ਨੂੰ ਜਾ ਰਹੇ ਆ, ਅਤੇ ਇੱਥੇ ਲਿਖਿਆ ਹੁੰਦਾ ਦਿੱਲੀ 200 ਕਿਲੋਮੀਟਰ ਹਲੇ ਅੱਗੇ ਹੈਗਾ ਵਾ। ਸੋ ਇਹ ਜਿਹੜੇ ਆ ਮਾਈਲ ਸਟੋਨਸ ਹੁੰਦੇ ਆ। ਸੋ ਇਹ ਮਾਈਲ ਸਟੋਨ ਤੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਕਿੱਥੇ ਆ। ਮੰਨ ਲੈਂਦੇ ਆਪਾਂ ਥੋੜ੍ਹਾ ਦੂਰ ਦੀ ਛੋਟੇ ਮਾਈਲ ਸਟੋਨ, ਨੇੜੇ ਵਾਲੇ ਦੀ ਗੱਲ ਕਰ ਲੈਂਦੇ ਹਾਂ। ਮੰਨ ਲਓ ਇੱਕ ਸੜਕ ਆ, ਜਿੱਦਾਂ ਆਪਾਂ ਹੁਣੀ ਗੱਲ ਕਰਦੇ ਕਿ ਸਾਡੀ ਸੜਕ ਸਿੱਧੀ ਹੋਈ ਆ, ਆਪਾਂ ਸਿੱਧੀ ਸੜਕ 'ਤੇ ਹੀ ਰਹਿਣਾ, ਅਤੇ ਸਿੱਧੀ ਸੜਕ 'ਤੇ ਵੀ ਫਿਰ ਅਸੀਂ ਮੰਨ ਲੈਂਦੇ ਹਾਂ ਮਾਈਲ ਸਟੋਨ ਲੱਗੇ ਹੋਣਗੇ। ਸੋ ਮੰਨ ਲਓ ਇੱਥੇ ਮਾਈਲ ਸਟੋਨ ਲੱਗਾ ਹੈਗਾ 1 ਕਿਲੋਮੀਟਰ ਵਾਲਾ, ਇੱਥੇ ਲੱਗਾ ਹੈਗਾ 2 ਕਿਲੋਮੀਟਰ ਵਾਲਾ, ਇੱਥੇ ਲੱਗਾ 3 ਕਿਲੋਮੀਟਰ ਵਾਲਾ। ਹੁਣ ਮੰਨ ਲਓ ਤੁਸੀਂ ਆਹ ਵਾਲੇ ਮਾਈਲ ਸਟੋਨ ਤੋਂ ਆਹ ਵਾਲੇ ਮਾਈਲ ਸਟੋਨ ਤੱਕ ਗਏ, ਅਤੇ ਇਹਦਾ ਮਤਲਬ ਤੁਸੀਂ ਕਿੰਨੀ ਦੂਰ ਗਏ, ਤੁਸੀਂ 3 'ਚੋਂ 2 ਘਟਾ ਕੇ ਦੇਖ ਲਓ, 1 ਕਿਲੋਮੀਟਰ ਦੂਰ ਗਏ। ਮੰਨ ਲਓ ਤੁਹਾਡੇ ਕੋਲ ਮਾਈਲ ਸਟੋਨ ਹੈਗਾ ਇੱਥੇ 5 ਲਿਖਿਆ ਸੀ, ਤੁਸੀਂ ਇੱਥੇ 15 'ਤੇ ਪਹੁੰਚ ਗਏ, ਅਤੇ ਇਹਦਾ ਮਤਲਬ ਤੁਸੀਂ ਕਿੰਨੀ ਦੂਰ ਗਏ, ਆਹ ਵਾਲੀ ਜਗ੍ਹਾ 'ਤੇ ਕਿੰਨੀ ਦੂਰ ਗਏ। ਸੋ ਤੁਸੀਂ 15 ਦੇ ਵਿੱਚੋਂ 5 ਘਟਾ ਕੇ ਦੇਖ ਲਓ। ਸੋ ਤੁਸੀਂ ਜਿਹੜਾ ਵਾ 10 ਕਿਲੋਮੀਟਰ ਦੂਰ ਗਏ। ਮੰਨ ਲਓ ਇਹ ਕਿਲੋਮੀਟਰ ਦਾ ਨਿਸ਼ਾਨ ਆ, ਕਿਲੋਮੀਟਰ ਦੇ ਵਿੱਚ ਮੇਜਰਮੈਂਟ ਆ। ਸੋ ਇਸ ਤਰ੍ਹਾਂ ਤੁਸੀਂ ਇਹ ਜਿਹੜੀ ਮੇਜਰਮੈਂਟ ਆ ਉਹ ਅਗਲੇ 'ਚੋਂ ਪਿਛਲੇ ਨੂੰ ਘਟਾ ਕੇ ਲੈਂਦੇ ਆ। ਇਹਦਾ ਮਤਲਬ ਜੇ ਮੈਂ ਇਹਨੂੰ 5 ਨੂੰ 0 ਮੰਨ ਲੈਂਦਾ ਤਾਂ ਇਹ ਆਟੋਮੈਟਿਕਲੀ 10 ਹੀ ਹੋਣਾ ਸੀ। ਸੋ ਇਹ ਸਿੱਧਾ ਹੀ 10 ਹੋ ਜਾਣਾ ਸੀ। ਸੋ ਮੈਂ ਇਹਦਾ ਨਾਂ 0 ਰੱਖ ਦਿੰਦਾ, ਮੈਂ ਇਹਦਾ ਨਾਂ 25 ਜੇ ਰੱਖ ਦਿੰਦਾ ਤਾਂ ਫਿਰ ਇਹਦਾ ਨਾਂ ਕਿੰਨਾ ਹੋ ਜਾਣਾ ਸੀ, ਇਹਦਾ ਨਾਂ ਫਿਰ ਆਪਣੇ ਕੋਲ 35 ਹੋ ਜਾਣਾ ਸੀ। ਸੋ ਜੇ ਮੈਂ ਇਹਦਾ ਨਾਮ 100 ਰੱਖ ਦਿੰਦਾ ਤਾਂ ਫਿਰ ਇਹਦਾ ਨਾਂ ਜਿਹੜਾ ਸੀਗਾ ਉਹ 110 ਹੋ ਜਾਣਾ ਸੀ। ਸੋ ਕਿਉਂਕਿ ਘਟਾ ਕੇ 10 ਆਉਣਾ ਜ਼ਰੂਰੀ ਆ। ਸੋ 10 ਕਿਲੋਮੀਟਰ ਇਹਨਾਂ 'ਚੋਂ ਘਟਾ ਕੇ ਆਉਣਾ ਚਾਹੀਦਾ ਵਾ। ਸੋ ਇਹ ਜਿਹੜਾ ਹੈਗਾ ਸਾਰਾ ਕੋਈ ਵੀ ਹੋ ਸਕਦਾ, ਮੈਂ ਕਿਸੇ ਵੇਲੇ ਇੱਥੇ 5 'ਤੇ ਹੋ ਸਕਦਾ, ਕਿਸੇ ਵੇਲੇ ਮੈਂ 0 ਤੋਂ ਵੀ ਗੱਲ ਸ਼ੁਰੂ ਕੀਤੀ ਹੋ ਸਕਦੀ ਆ, ਕਿਸੇ ਵੇਲੇ ਮੈਂ 25 'ਤੇ ਵੀ ਖੜ੍ਹਾ ਹੋ ਸਕਦਾ, ਕਿਉਂਕਿ ਮੈਂ ਸੜਕ 'ਤੇ ਤੁਰਿਆ ਜਾਂਦਾ। ਤਾਂ ਜਿੱਦਾਂ ਹੁਣ ਮੰਨ ਲਓ ਮੈਂ ਅੰਮ੍ਰਿਤਸਰ ਤੋਂ ਦਿੱਲੀ ਨੂੰ ਚੱਲ ਗਏ, ਤਾਂ ਮੈਂ ਰਸਤੇ 'ਚ ਜਾ ਰਿਹਾ, ਜਲੰਧਰ ਆ ਜਾਊਗਾ, ਤੁਹਾਡਾ ਲੁਧਿਆਣਾ ਆ ਜਾਊਗਾ, ਐਂਡ ਸੋ ਔਨ ਅਦਰ ਜਿਹੜੇ ਹੈਗੇ ਸਟੇਸ਼ਨਸ ਵੀ ਆ ਜਾਣਗੇ। ਤਾਂ ਫਿਰ ਅਲੱਗ-ਅਲੱਗ ਮੀਲ ਸਟੋਨਸ 'ਤੇ ਤੁਸੀਂ ਅਲੱਗ-ਅਲੱਗ ਸਮੇਂ 'ਤੇ ਹੋਵੋਗੇ। ਪਰ ਜੇ ਮੈਂ ਤੁਹਾਨੂੰ ਕਹਾਂਗੇ ਵੀ ਤੁਸੀਂ ਮੈਨੂੰ ਦੱਸੋ ਤੁਸੀਂ ਕਿੱਥੇ ਆ, ਤੁਸੀਂ ਕਹੋਗੇ ਮੈਂ ਹੁਣ ਇਸ ਵੇਲੇ ਇੱਥੇ ਆ, ਇਸ ਵੇਲੇ ਤੁਸੀਂ ਟਾਈਮ ਦੱਸੋਗੇ ਵੀ ਮੈਂ ਇੰਨੇ ਵਜੇ ਇੰਨੇ ਵੱਜ ਕੇ ਇੰਨੇ ਮਿੰਟ 'ਤੇ, ਮੰਨ ਲਓ ਕਿ ਤੁਸੀਂ ਕਹਿੰਦੇ ਕਿ ਟਾਈਮ ਜਿਹੜਾ ਹੈਗਾ ਹੁਣ ਇਸ ਵੇਲੇ 2:10 ਹੋਇਆ, ਤਾਂ 2:10 'ਤੇ ਮੈਂ 100 ਵਾਲੇ ਪੱਥਰ 'ਤੇ ਆ। ਤਾਂ ਫਿਰ ਤੁਸੀਂ ਕਿਹਾ ਅੱਛਾ ਠੀਕ ਆ, ਇਹ ਜਦੋਂ ਤੇਰੇ 10 ਕਿਲੋਮੀਟਰ ਪੂਰੇ ਹੋ ਜਾਣਗੇ ਮੈਨੂੰ ਦੁਬਾਰਾ ਟਾਈਮ ਦੱਸੀ। ਫਿਰ ਤੁਸੀਂ ਦੇਖਿਆ 2:20 ਹੋ ਗਏ, ਤਾਂ ਤੁਸੀਂ ਅਗਲੇ ਨੂੰ ਟਾਈਮ ਦੱਸਿਆ ਵੀ ਆਹ 2:20 'ਤੇ ਮੈਂ 110 ਵਾਲੇ ਕਿਲੋਮੀਟਰ ਵਾਲੇ ਪੱਥਰ ਦੇ ਕੋਲ ਆ। ਇਹਦਾ ਟੋਟਲ ਡਿਸਟੈਂਸ ਤੁਸੀਂ ਕਿੰਨੀ ਦੇਰ 'ਚ, ਤੁਸੀਂ 10 ਮਿੰਟਾਂ ਦੇ ਵਿੱਚ 10 ਕਿਲੋਮੀਟਰ ਚਲੇ ਗਏ। ਜਦੋਂ ਤੁਸੀਂ ਇੱਥੇ ਸੀ ਮੰਨ ਲਓ 5 ਕਿਲੋਮੀਟਰ ਦੇ, ਤਾਂ ਆਪਾਂ ਮੰਨ ਲੈਂਦੇ ਕਿ ਤੁਸੀਂ ਉਦੋਂ 12:05 ਹੋਏ ਸੀ, 12:05 'ਤੇ। ਸੋ ਇੱਥੇ 05 ਲਿਖਣਾ, 5 ਨਹੀਂ ਲਿਖਣਾ, ਤੇ 50 ਲਿਖਤਾ 50 ਬਣ ਜਾਣਾ ਵਾ। ਸੋ 12:05। ਸੋ 12:05 ਮੈਨੇ 12:05, ਠੀਕ ਆ। ਸੋ 12:05 'ਤੇ ਤੁਸੀਂ 5 ਕਿਲੋਮੀਟਰ 'ਤੇ ਸੀ। 15 ਕਿਲੋਮੀਟਰ 'ਤੇ ਤੁਸੀਂ ਕਦੋਂ ਪਹੁੰਚੇ, 12:20 'ਤੇ। ਥੋੜ੍ਹਾ ਹੌਲੀ ਚੱਲਦੇ ਹੋਵੋਗੇ। ਸੋ ਤੁਹਾਨੂੰ ਇੱਥੇ ਕਿੰਨਾ ਟਾਈਮ ਲੱਗ ਗਿਆ, 15 ਮਿੰਟ ਲੱਗ ਗਏ, ਪਰ ਗਏ ਕਿੰਨੀ ਦੂਰ, ਸਿਰਫ 10 ਕਿਲੋਮੀਟਰ। ਅਤੇ ਮੰਨ ਲਓ ਇੱਦਾਂ ਹੀ, ਤਾਂ ਮੈਂ ਕਿਹਾ ਸੀ ਵੀ 0 ਮੰਨ ਲਓ ਅਤੇ 10 ਮੰਨ ਲਓ ਤੁਸੀਂ 25 'ਤੇ ਹੈਗੇ ਹੋ, ਥੋੜ੍ਹੀ ਦੇਰ ਬਾਅਦ ਤੁਸੀਂ 25 'ਤੇ ਵੀ ਚਲੇ ਜਾਓਗੇ। ਮੰਨ ਲਓ ਕਿ ਤੁਸੀਂ 1:15 'ਤੇ 25 ਵਾਲੇ ਪੱਥਰ 'ਤੇ ਪਹੁੰਚ ਗਏ, ਤੁਰੀ ਜਾਂਦੇ। ਤਾਂ ਫਿਰ ਤੁਹਾਨੂੰ ਮੈਂ ਪੁੱਛਿਆ ਵੀ 35 'ਤੇ ਪਹੁੰਚਣ ਲੱਗੇ, ਫਿਰ ਟਾਈਮ ਦੱਸੋ, ਤੁਸੀਂ ਕਿਹਾ ਵੀ 1:35 ਮਿੰਟ।
ਇਹਦਾ ਮਤਲਬ ਤੁਸੀਂ 1:15 ਤੋਂ 1:35 ਤੱਕ ਗਏ ਤਾਂ ਫਿਰ ਤੁਸੀਂ ਕਿੰਨਾ ਟਾਈਮ ਲਾਇਆ ਹੋਊਗਾ 25 ਤੋਂ 35 ਤੱਕ। ਸੋ ਤੁਸੀਂ ਹਿਸਾਬ ਲਾ ਸਕਦੇ ਹੋ, 35 'ਚੋਂ 15 ਘਟਾ ਕੇ ਦੇਖ ਲਓ। ਸੋ ਤੁਸੀਂ 20 ਮਿੰਟ ਲਾਏ। ਸੋ ਤੁਸੀਂ 10 ਕਿਲੋਮੀਟਰ ਚੱਲਣ ਲਈ 20 ਮਿੰਟਾਂ ਦੇ ਵਿੱਚ ਇੱਥੇ ਪਹੁੰਚੇ। ਐਵੇਂ ਤੁਸੀਂ ਬਹੁਤ ਹੌਲੀ ਹੌਲੀ ਮਜ਼ੇ ਨਾਲ ਤੁਰੇ। ਇੱਥੇ ਥੋੜ੍ਹਾ ਠੀਕ ਤੁਰੇ। ਇੱਥੇ ਤੁਸੀਂ 10 ਕਿਲੋਮੀਟਰ ਨੂੰ ਆਪਣੇ ਕੋਲ ਕਿੰਨਾ ਟਾਈਮ ਲਾਇਆ ਸੀਗਾ, 15 ਮਿੰਟ ਲਾਏ ਸੀਗੇ। ਸੋ 15 ਮਿੰਟਾਂ 'ਚ 10 ਕਿਲੋਮੀਟਰ ਗਏ। ਸੋ ਥੋੜ੍ਹਾ ਇਹਦਾ ਮਤਲਬ ਤੇਜ਼ ਤੁਰੇ ਹੋਣੇ ਆ 15 ਮਿੰਟਾਂ ਦੇ ਵਿੱਚ। ਇੱਥੇ ਜਿਹੜਾ ਟਾਈਮ ਆਪਾਂ ਸੁਣਦੇ ਪਏ ਹਾਂ, ਚੂਜ਼ ਕਰਦੇ ਪਏ ਹਾਂ, ਸੋ ਦੈਟ ਇਜ਼ 20 ਮਿੰਟਸ। ਯੂ ਹੈਵ ਟੇਕਨ 20 ਮਿੰਟਸ ਟੂ ਰੀਚ ਦਿਸ 10 ਕਿਲੋਮੀਟਰ। ਹੁਣ ਮੰਨ ਲਓ ਆਪਾਂ 100 ਕਿਲੋਮੀਟਰ ਤੋਂ 110 ਕਿਲੋਮੀਟਰ ਪਹੁੰਚੇ ਸੀ, ਤਾਂ 2:10 ਤੋਂ ਅਸੀਂ 10 ਮਿੰਟ ਦੇ ਵਿੱਚ ਪਹੁੰਚੇ ਸੀ। ਸੋ ਇਹਦਾ ਮਤਲਬ ਅਸੀਂ ਹੌਲੀ ਵੀ ਚੱਲ ਸਕਦੇ ਹਾਂ, ਅਸੀਂ ਤੇਜ਼ ਚੱਲ ਕੇ ਅਸੀਂ ਕਿਸੇ ਦੂਰੀ 'ਤੇ ਪਹੁੰਚ ਸਕਦੇ ਹਾਂ। ਸੋ ਇਹੀ ਗੱਲ ਨੂੰ ਥੋੜ੍ਹਾ ਜਿਹਾ ਮੈਂ ਫਿਰ ਐਕਸਪਲੇਨ ਕਰਦਾ ਵਾਂ। ਇਹ ਜ਼ਰੂਰੀ ਆ ਕਿ ਅਸੀਂ ਜਦੋਂ ਮੇਜਰਮੈਂਟ ਸ਼ੁਰੂ ਕਰਨੀ ਆ ਉਹਦੇ 'ਚ ਸਾਡਾ ਕੋਈ ਜ਼ੀਰੋ ਹੋਣਾ ਚਾਹੀਦਾ ਵਾ। ਜੇ ਜ਼ੀਰੋ ਨਹੀਂ ਹੈਗਾ ਤਾਂ ਜਿੱਥੇ ਸ਼ੁਰੂ ਹੋਇਆ ਉਹ ਦੱਸ ਦਿਓ। ਮਤਲਬ ਤੁਸੀਂ ਘਰੋਂ ਚੱਲੇ, ਤੁਸੀਂ 9 ਵਜੇ ਘਰੋਂ ਚੱਲੇ, 9 ਵੱਜ ਗਏ ਸੀ ਪੂਰੇ, ਠੀਕ ਹੈ ਜੀ। 9 ਵੱਜ ਕੇ ਘੜੀ ਦੇ ਉੱਤੇ ਟਾਈਮ ਦੇਖਿਆ, 9 ਹੋਇਆ ਸੀ, ਸਵੇਰ ਦੇ 9 ਵਜੇ ਸੀ ਮੰਨ ਲਓ। ਸੋ ਯੂ ਕੈਨ ਬੀ ਮੋਰ ਕਲੀਅਰ ਬਾਏ ਰਾਈਟਿੰਗ AM PM ਐਟਸੈਟਰਾ। ਸੋ ਤੁਸੀਂ AM PM ਲਿਖ ਕੇ ਹੋਰ ਵੀ ਕਲੀਅਰ ਕਰ ਸਕਦੇ ਹੋ ਕਿ ਕਿਹੜਾ ਟਾਈਮ ਆ। ਹੋਰ ਕਲੀਅਰ ਕਰਨ ਲਈ ਤੁਸੀਂ ਟਾਈਮ ਡੇਟ ਵੀ ਪਾ ਸਕਦੇ ਹੋ ਵੀ ਇੰਨੀ ਤਰੀਕ ਦੀ ਗੱਲ ਹੋ ਰਹੀ ਆ। ਸੋ ਇਹ ਵਾਲੀ ਡੇਟ ਦੀ ਗੱਲ ਹੋ ਰਹੀ ਆ। ਸੋ ਇਹ ਵਾਲੀ ਡੇਟ ਦੀ ਸਵੇਰ ਦੀ ਗੱਲ ਹੋ ਰਹੀ, ਸ਼ਾਮ ਦੀ ਗੱਲ ਹੋ ਰਹੀ, PM ਦੀ ਗੱਲ ਹੋ ਰਹੀ ਕਿ AM ਦੀ ਗੱਲ ਹੋ ਰਹੀ। ਸੋ ਦਿਸ ਯੂ ਕੈਨ ਆਲਵੇਜ਼ ਡੂ। ਸੋ ਮੰਨ ਲਓ ਕਿ ਤੁਸੀਂ ਕਿਸੇ ਪਰਟੀਕੂਲਰ ਡੇਟ ਨੂੰ ਸੋ ਫੋਰ ਪਰਟੀਕੂਲਰ 7 ਆਫ ਜੂਨ ਸਮ ਈਅਰ ਵਟਐਵਰ ਈਅਰ। ਸੋ ਤੁਸੀਂ 7 ਜੂਨ ਨੂੰ ਕਿਸੇ ਸਾਲ 9 ਵਜੇ ਸਵੇਰੇ ਜਿਹੜਾ ਹੈਗਾ ਚੱਲਣਾ ਸ਼ੁਰੂ ਕੀਤਾ। ਜਦੋਂ ਤੁਸੀਂ ਚੱਲਣਾ ਸ਼ੁਰੂ ਕੀਤਾ ਤਾਂ ਤੁਹਾਡਾ ਘਰ ਹੈਗਾ ਕਿੱਥੇ ਆ, ਪਤਾ ਨਹੀਂ ਪਹਿਲਾਂ ਤੁਹਾਡਾ ਘਰ ਕਿੱਥੇ ਆ, ਕਿਉਂਕਿ ਤੁਸੀਂ ਸਰਲ ਰੇਖਾ 'ਤੇ ਹੀ ਰਹਿ ਰਹੇ ਹੋ। ਇੱਕ ਸਿੱਧੀ ਰੇਖਾ 'ਤੇ ਆ ਤੁਹਾਡਾ ਸ਼ਹਿਰ ਵਸਿਆ ਹੋਇਆ, ਉਹਦੇ ਆਲੇ ਦੁਆਲੇ ਕੋਈ ਮੋੜ ਨਹੀਂ ਹੈਗਾ, ਸਿੱਧੇ ਹੀ ਤੁਸੀਂ ਜਾਣਾ ਆ। ਇਹਦਾ ਮਤਲਬ ਕਿ ਉੱਥੇ ਤੁਹਾਡੇ ਮਾਰਕਿੰਗਸ ਹੈਗੀਆਂ ਆ। ਮੰਨ ਲਓ ਕਿ ਤੁਹਾਡਾ ਘਰ ਜਿਹੜਾ ਹੈਗਾ ਉੱਥੇ ਜਿਹੜੀ ਮਾਰਕਿੰਗ ਲੱਗੀ ਆ, ਮਾਰਕਿੰਗ ਨੂੰ ਆਪਾਂ X ਕਹਿ ਦਿੰਦੇ ਹਾਂ। X ਬਰਾਬਰ ਤੁਹਾਡਾ ਘਰ ਹੈਗਾ, ਮੰਨ ਲਓ ਕਿ 13 ਜਿਹੜਾ ਕਿਲੋਮੀਟਰ ਵਾਲਾ ਪੱਥਰ ਆ, ਮਾਈਲਸਟੋਨ ਆ ਜਿਹੜਾ, ਇੱਥੇ ਇੱਕ ਪੱਥਰ ਲੱਗਾ ਹੋਇਆ, ਉੱਤੇ ਲਿਖਿਆ ਹੋਇਆ ਕਿ 13 ਕਿਲੋਮੀਟਰ ਫਲਾਨੀ ਜਗ੍ਹਾ ਤੋਂ ਆਪਾਂ ਦੂਰ ਆ ਗਏ। ਮਤਲਬ ਆਪਾਂ ਇਹਨੂੰ ਮੰਨ ਲੈਂਦੇ ਹਾਂ ਕਿ ਇੱਧਰਲੇ ਪਾਸੇ ਇੱਥੇ ਕਿਤੇ 0 ਲਿਖਿਆ ਹੋਊਗਾ। ਸੋ ਗੱਲ ਸ਼ਹਿਰ ਇੱਥੋਂ 0 ਕਿਲੋਮੀਟਰ ਤੋਂ ਪੱਥਰ ਸ਼ੁਰੂ ਹੋਇਆ ਹੋਊਗਾ। ਇੱਦਾਂ ਕਰਦੇ ਆ ਕਿੰਕ ਬਣਾਇਆ, ਮੈਂ ਟੇਢਾ ਮੇਢਾ ਕਰਦਾ, ਮਤਲਬ ਮੈਂ ਬਲ ਪਾਤੇ, ਸੜਕ ਨੂੰ ਲਪੇਟਦਾ, ਬਲ ਜੇ ਪਾਤੇ, ਕਿੰਕ ਬਣਾਤਾ। ਦਿਸ ਇਜ਼ ਨੋਨ ਐਜ਼ ਕਿੰਕ। ਮਤਲਬ ਕਿ ਲੰਬੀ ਲਕੀਰ ਨੂੰ ਆਪਾਂ ਛੋਟਾ ਕਰਨਾ ਹੋਵੇ ਗ੍ਰਾਫ ਦੇ ਵਿੱਚ ਤਾਂ ਉਹਨੂੰ ਅਸੀਂ ਕਿੰਕ ਪਾ ਦਈਦਾ ਵਾ, ਬਲ ਪਾ ਦਈਦਾ। ਸੋ 13 ਕਿਲੋਮੀਟਰ ਵਾਲੇ ਮੰਨ ਲਓ ਪੱਥਰ 'ਤੇ ਤੁਹਾਡਾ ਘਰ ਆ ਪਹਿਲਾਂ ਹੀ। ਮਤਲਬ ਕਿ ਇੱਥੇ ਜੇ ਬੱਸ ਨੇ ਆਉਣਾ ਹੋਵੇ, ਬੱਸ ਇੱਥੇ ਰੁਕੂਗੀ 0 ਕਿਲੋਮੀਟਰ 'ਤੇ, ਪਰ ਤੁਹਾਡਾ ਘਰ ਤਾਂ 13 ਕਿਲੋਮੀਟਰ, ਤੁਸੀਂ ਰੋਜ਼ ਹੀ ਉੱਥੇ ਰਹਿੰਦੇ ਆ, ਤਾਂ ਤੁਹਾਡਾ ਸਕੂਲ ਵੀ ਉੱਥੇ ਹੀ ਹੋਊਗਾ, ਬਾਕੀ ਬਾਜ਼ਾਰ ਵੀ ਤੁਹਾਡਾ ਉਹਦੇ ਲਾਗੇ ਛਾਗੇ ਹੋਊਗਾ। ਸੋ ਤੁਸੀਂ ਉੱਥੋਂ ਨਿਕਲੇ, ਤੁਹਾਡਾ ਕਿਉਂਕਿ ਸਾਰਾ ਕੁਝ ਸਿੱਧੀ ਸੜਕ 'ਤੇ ਹੀ ਆ, ਕੋਈ ਮੋੜ ਹੈ ਹੀ ਨਹੀਂ। ਸੋ ਤੁਹਾਡੇ ਰਿਸ਼ਤੇਦਾਰ ਵੀ ਇੱਥੇ ਰਹਿੰਦੇ ਆ, ਸਕੂਲ ਵੀ ਇੱਥੇ ਹੀ ਆ, ਬਾਜ਼ਾਰ ਵੀ ਇੱਥੇ ਹੀ ਆ, ਸਬਜ਼ੀ ਵਾਲਾ ਵੀ ਇੱਥੇ ਹੀ ਆ, ਡਾਕਟਰ ਵੀ ਇੱਥੇ ਹੀ ਆ, ਉੱਥੇ ਬ੍ਰਿਕਸ਼ ਵੀ ਇਸੇ ਸੜਕ 'ਤੇ ਲੱਗੇ ਹੋਣਗੇ, ਨਦੀ ਵੀ ਇਸੇ ਸੜਕ ਦੇ ਕਿਨਾਰੇ 'ਤੇ ਹੀ ਹੋਊਗੀ, ਕੋਈ ਝੀਲ ਹੋਊ ਵੀ ਇਹਦੇ ਕਿਨਾਰੇ 'ਤੇ ਹੀ ਹੋਊਗੀ। ਮੈਂ ਸਾਰਾ ਕੁਝ ਸਿੱਧਾ ਹੀ ਹੋਊਗਾ। ਇੱਥੋਂ ਮੰਨ ਲਓ 9 ਵਜੇ ਤੁਸੀਂ ਚੱਲੇ, ਜਦੋਂ ਕਿ 13 ਕਿਲੋਮੀਟਰ 'ਤੇ ਤੁਹਾਡਾ ਘਰ ਸੀਗਾ। ਸੋ ਇਹਨੂੰ ਅਸੀਂ X0 ਕਹਿ ਦਿੰਦੇ ਹਾਂ ਵੀ 0 ਵਾਲੀ ਗੱਲ ਜਦੋਂ ਸ਼ੁਰੂ ਹੋਇਆ। ਅਤੇ ਜਿਹੜਾ 9 ਵਜੇ ਵਾਲਾ ਟਾਈਮ ਆ ਇਹਨੂੰ ਅਸੀਂ T0 ਕਹਿ ਦਿੰਦੇ ਹਾਂ ਵੀ T0 ਜਦੋਂ 0 ਸ਼ੁਰੂ ਹੋਇਆ, ਸ਼ੁਰੂ ਵਾਲੀ ਗੱਲ ਨੂੰ ਆਪਾਂ 0 ਮੰਨ ਲੈਂਦੇ ਹਾਂ। ਆਪਾਂ ਮੰਨ ਲਓ ਕਿਸੇ ਵੇਲੇ ਮੰਨ ਲਓ ਕਿ 9:40 'ਤੇ ਮੰਨ ਲਓ ਆਪਾਂ ਕਹਿੰਦੇ 9:40 'ਤੇ ਜਿਹੜਾ ਹੈਗਾ ਆਪਾਂ ਕਿਸੇ ਜਗ੍ਹਾ 'ਤੇ ਪਹੁੰਚ ਗਏ, ਜਿੱਥੇ ਕਿ ਇਹਨੂੰ ਅਸੀਂ X1 ਕਹਿ ਲੈਂਦੇ ਹਾਂ, ਇਹਨੂੰ ਅਸੀਂ T1 ਕਹਿ ਲੈਂਦੇ ਹਾਂ ਕਿ ਉਦੋਂ T1 ਟਾਈਮ ਹੋਇਆ ਸੀ 9:40 'ਤੇ। X1 ਦੂਰ ਆਪਾਂ ਪਹੁੰਚ ਗਏ। X1 ਦੂਰ ਜਿਹੜਾ ਹੈਗਾ ਵਾ ਉਹ ਆਪਾਂ ਕੁਛ ਵੀ ਲੈ ਲੈਂਦੇ ਹਾਂ, ਮੰਨ ਲਓ ਕਿ 35 ਜਿਹੜਾ ਪੱਥਰ ਆ ਉੱਥੇ ਹੁਣ 35 ਕਿਲੋਮੀਟਰ ਦਾ ਨਿਸ਼ਾਨ ਲੱਗਾ ਹੋਇਆ, ਆਹ ਵਾਲੀ ਥਾਂ 'ਤੇ 35 ਕਿਲੋਮੀਟਰ ਦਾ ਨਿਸ਼ਾਨ ਲੱਗਾ ਹੋਇਆ। ਉੱਥੋਂ ਸਾਨੂੰ ਪਛਾਣ ਹੋ ਜਾਂਦੀ ਵੀ ਅਸੀਂ 'ਤੇ ਪਹੁੰਚ ਗਏ। ਇਹਦਾ ਮਤਲਬ ਹੁਣ ਮੈਂ ਤੁਹਾਨੂੰ ਜੇ ਪੁੱਛਾਂ ਵੀ ਤੁਹਾਨੂੰ ਟਾਈਮ ਕਿੰਨਾ ਲੱਗਾ, ਤੁਸੀਂ ਕਿੱਦਾਂ ਟਾਈਮ ਦੱਸੋਗੇ? ਤੁਸੀਂ ਦੱਸੋਗੇ ਟਾਈਮ ਲੱਗਾ ਵਾ T1 ਘਟਾਓ T0, ਮਤਲਬ 9:40 ਤੋਂ ਤੁਸੀਂ 9 ਵਜੇ ਜਿਹੜੇ ਘਟਾਓਗੇ ਤਾਂ ਉੱਥੋਂ ਤੁਹਾਨੂੰ ਪਤਾ ਲੱਗੂ 40 ਮਿੰਟ ਦਾ ਟਾਈਮ ਲੱਗਾ। ਸੋ ਯੂ ਹੈਵ ਟੇਕਨ 40 ਮਿੰਟਸ। ਇਹਦੇ ਤੁਸੀਂ ਕਿੰਨੀ ਦੂਰ ਗਏ X1 - X0। ਸੋ ਇਹਨੂੰ ਆਪਾਂ ਕਹਿ ਦਾਂਗੇ X। ਸੋ ਫੋਰ ਦਾ ਟਾਈਮਿੰਗ X ਹੀ ਮੰਨ ਲੈਂਦੇ ਹਾਂ। ਸੋ ਇਹ X1 - X0 ਜਦੋਂ ਕਰੋਗੇ, 35 ਚੋਂ 13 ਘਟਾਓਗੇ ਅਤੇ 2 ਅਤੇ 2 22, ਠੀਕ ਆ। ਸੋ ਮੇਰੇ ਖਿਆਲ ਮੈਂ ਠੀਕ ਹੀ ਕੀਤਾ। ਸੋ 22 ਕਿਲੋਮੀਟਰ ਤੁਸੀਂ ਦੂਰ ਗਏ ਆ, 40 ਮਿੰਟ ਤੁਸੀਂ ਸਮਾਂ ਲਾਇਆ ਹੈਗਾ। ਹੁਣ ਆਮ ਕਰਕੇ ਆਪਾਂ ਕੀ ਕਰਦੇ ਹੁੰਦੇ, ਜਿਹੜੇ ਡਿਫਰੈਂਸਿਸ ਹੁੰਦੇ ਆ ਉਹਨਾਂ ਨੂੰ ਆਪਾਂ ΔT
ਆ ਡੈਲਟਾ ਇੱਕ ਟ੍ਰਾਇੰਗਲ ਜੀ ਪਾ ਕੇ ਇਹਨੂੰ ਡੈਲਟਾ ਕਹਿੰਦੇ ਆ, ਡੈਲਟਾ। ਸੋ ਦਿਸ ਇਜ਼ ਡੈਲਟਾ, ਮਤਲਬ ਛੋਟੀ ਜਿਹੀ ਟ੍ਰਾਇੰਗਲ। ਸੋ ਇਹਦਾ ਡੈਲਟਾ ਟੀ, ਪਰ ਡੈਲਟਾ ਟੀ ਮੈਨੇ ਫਰਕ ਕੀ ਪਿਆ, ਫਰਕ, ਡਿਫਰੈਂਸ। ਸੋ ਜੇ ਅਸੀਂ ਡਿਫਰੈਂਸ ਦੱਸਣਾ ਹੋਵੇ ਤਾਂ ਅਸੀਂ ਡੈਲਟਾ ਟੀ, ਟਾਈਮ ਦਾ ਫਰਕ। ਅਸੀਂ ਦੂਰੀ ਦਾ ਫਰਕ ਦੱਸਣਾ, ਡੈਲਟਾ ਐਕਸ, ਦੂਰੀ ਦਾ ਫਰਕ, ਠੀਕ ਆ। ਸੋ ਦੂਰੀ ਦਾ ਫਰਕ ਜਿਹੜਾ ਹੈਗਾ, ਸੋ ਡਿਸਟੈਂਸ, ਡਿਫਰੈਂਸ ਇਨ ਡਿਸਟੈਂਸ। ਸੋ ਡਿਸਟੈਂਸ ਦੇ ਵਿੱਚ ਜਿਹੜਾ ਡੈਲਟਾ ਐਕਸ, ਅਸੀਂ ਡੈਲਟਾ ਐਕਸ ਦੱਸਦੇ ਹਾਂ। ਸੋ ਕਿਉਂਕਿ ਇੱਥੇ ਤਾਂ ਮੈਂ ਇੱਕ ਐਗਜ਼ਾਮਪਲ ਲੈ ਲਈ ਸੀ ਕਿ ਆਹ ਨੰਬਰ ਹੈਗੇ ਆ, ਇੱਥੋਂ ਅਸੀਂ ਚੱਲੇ ਇੱਥੇ ਪਹੁੰਚੇ। ਮੈਨੂੰ ਥੋੜ੍ਹੀ ਪਤਾ ਮੈਂ ਰੋਜ਼ ਟਾਈਮ ਨੋਟ ਕੀਤਾ ਹੋਊਗਾ, ਜਾਂ ਜਿਹੜੀ ਗੱਲ ਦੀ ਆਪਾਂ ਟਾਈਮ ਨੋਟ ਕਰਦੇ ਹਾਂ ਉਹਦਾ ਆਪਾਂ ਜਰਨਲਾਈਜ਼ ਕਰਨਾ ਹੁੰਦਾ ਵਾ। ਉਸ ਵੇਲੇ ਫਿਰ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਟਾਈਮ ਦੀ ਗੱਲ ਕਰਾਂਗੇ, ਕਦੋਂ ਅਸੀਂ ਚੱਲਾਂਗੇ, ਕਿੱਥੋਂ ਚੱਲਾਂਗੇ, ਕਿੰਨੇ ਵਜੇ ਪਹੁੰਚਾਂਗੇ। ਫਿਰ ਅਸੀਂ ਕੀ ਕਰਦੇ ਹੁੰਦੇ ਹਾਂ, ਅਸੀਂ ਕਹਿੰਦੇ ਡੈਲਟਾ ਟੀ ਇਜ਼ ਇਕੁਅਲ ਟੂ, ਫਿਰ ਅਸੀਂ ਕਹਿੰਦੇ T2 - T1। ਮਤਲਬ ਕਿਸੇ ਹੋਰ, ਮੰਨ ਲਓ ਇੱਥੇ ਕਿਸੇ T2 ਟਾਈਮ 'ਤੇ ਪਹੁੰਚਿਆ, ਇੱਥੇ X2 ਜਗ੍ਹਾ 'ਤੇ ਪਹੁੰਚਿਆ, ਤਾਂ ਫਿਰ ਉਸ ਵੇਲੇ ਅਸੀਂ ਕਹਿੰਦੇ ਵੀ ਜਿਹੜਾ ਡੈਲਟਾ ਟੀ ਆ ਉਹ ਮੰਨ ਲਓ T1 ਤੋਂ ਲੈ ਕੇ T2 ਤੱਕ ਕਿੰਨਾ ਟਾਈਮ ਆਇਆ ਹੋਊਗਾ, ਉਹ ਫਿਰ ਟਾਈਮਾਂ ਨੂੰ ਘਟਾ ਲੈਣਾ ਆਪਾਂ ਨੇ, ਸਮਿਆਂ ਨੂੰ ਘਟਾ ਲੈਣਾ। ਸੋ T2 - T, ਇੱਦਾਂ ਦੂਰੀ ਪਤਾ ਲਾ ਲੈਣੀ। ਸੋ ਦੂਰੀ ਜਿਹੜੀ ਹੈਗੀ X2 - X1। ਅਸੀਂ ਕੋਈ ਹੋਰ ਵੀ ਲਗਾ ਸਕਦੇ ਹਾਂ, ਮੰਨ ਲਓ ਤੁਸੀਂ ਪਹਿਲੀ ਦੂਜੀ ਦੀ, ਤੁਸੀਂ ਹੋ ਸਕਦਾ ਤੁਸੀਂ 0 ਤੋਂ ਲੈ ਕੇ ਦੂਜੇ ਦੀ ਪਤਾ ਲਾਣੀ ਹੁੰਦੀ, ਫਿਰ ਤੁਸੀਂ ਉਹਦਾ ਨਾਮ ਲਿਖ ਦਿੰਦੇ ਡੈਲਟਾ T02, ਇੱਦਾਂ। ਉਹਦੇ ਨਾਲ ਇਹ 0 ਤੋਂ ਲੈ ਕੇ 2 ਤੱਕ ਦੀ ਆਪਾਂ ਗੱਲ ਕਰਦੇ ਪਏ ਹਾਂ ਵੀ 0 ਤੋਂ 2 ਤੱਕ ਦਾ ਫਰਕ ਦੇਖਣਾ। ਫਿਰ ਤੁਸੀਂ ਉਹਦਾ X2 - X0, ਸੋਰੀ ਇੱਥੇ X ਲਿਖਣਾ ਪਊਗਾ। ਸੋ ਡੈਲਟਾ T02, T2 - T0, ਮਤਲਬ 0 ਵਾਲੇ ਅਤੇ 2 ਵਾਲੇ ਦਾ ਤੁਸੀਂ ਹਿਸਾਬ ਲਾਉਂਦੇ ਪਏ ਹਾਂ। ਸੋ ਇੱਥੇ ਤੁਹਾਡੇ ਕੋਲ ਜਿਹੜਾ ਹੈਗਾ ਉਸ ਹਿਸਾਬ ਨਾਲ ਫਿਰ ਤੁਸੀਂ ਆਪਣਾ ਨਿਸ਼ਾਨ ਜਿਹਾ ਬਣਾ ਲੈਂਦੇ ਵੀ ਅਸੀਂ ਕਿਹਨੂੰ ਕੀ ਕਹਿੰਦੇ ਪਏ ਹਾਂ। ਹੋ ਸਕਦਾ ਇੱਥੇ ਕੋਈ ਹੋਰ X3 ਵੀ ਹੁੰਦਾ, X4 ਵੀ ਹੁੰਦਾ, X5 ਵੀ ਹੁੰਦਾ, ਇੱਦਾਂ T3 ਵੀ ਹੋਣਾ ਸੀ, T4 ਵੀ ਹੋਣਾ ਸੀ, T5 ਵੀ ਹੋਣਾ ਸੀ। ਸੋ ਇਹ ਸਾਰੀ ਗੱਲਾਂ ਬਾਤਾਂ ਵਿੱਚ ਟਾਈਮ ਅਤੇ ਦੂਰੀ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੈ ਜਦੋਂ ਅਸੀਂ ਸੜਕ 'ਤੇ ਤੁਰਨਾ ਆ। ਤਾਂ ਕਿ ਅਸੀਂ ਮੋਸ਼ਨ, ਜਿਹੜੀ ਗਤੀ ਦੀਆਂ ਗੱਲਾਂ ਹੈਗੀਆਂ ਉਹ ਇੱਦਾਂ ਹੀ ਹੋਣੀਆਂ ਵੀ ਬੰਦਾ ਕਿੰਨੀ ਦੂਰ ਪਹੁੰਚ ਗਿਆ, ਉਹਨੂੰ ਕਿੰਨਾ ਟਾਈਮ ਲੱਗਾ। ਆਪਾਂ ਇਹੀ ਇੰਪੋਰਟੈਂਟ ਹੁੰਦਾ ਨਾ ਵੀ ਆਪਾਂ ਬੜੀ ਛੇਤੀ ਜਾਣਾ, ਵੀ ਅਸੀਂ ਦਿੱਲੀ ਪਹੁੰਚਣਾ, ਫਟਾਫਟ ਕਿੱਦਾਂ ਪਹੁੰਚਾਂਗੇ। ਆਪਾਂ ਕਹਿੰਦੇ ਵੀ ਤੇਜ਼ ਵਾਲੀ ਬੱਸ, ਤੇਜ਼ ਵਾਲੀ ਕਾਰ ਲੈ ਲਓ, ਜਾਂ ਅਸੀਂ ਕਹਿੰਦੇ ਵੀ ਜਹਾਜ਼ ਲੈ ਲਓ, ਅਸੀਂ ਤੇਜ਼ ਪਹੁੰਚਣਾ। ਤੇਜ਼ ਪਹੁੰਚਣ ਦਾ ਮਤਲਬ ਟਾਈਮ ਜਿਹੜਾ ਹੈਗਾ ਉਹ ਘੱਟ ਲੱਗਣਾ ਚਾਹੀਦਾ। ਅਤੇ ਦੂਰੀ ਤਾਂ ਉਨੀ ਆ, ਦਿੱਲੀ ਮੰਨ ਲਓ ਲੁਧਿਆਣੇ ਤੋਂ 300 ਕਿਲੋਮੀਟਰ ਆ, ਤਾਂ 300 ਕਿਲੋਮੀਟਰ ਥੋੜ੍ਹੀ ਫਰਕ ਪੈ ਜਾਣਾ। ਹਾਂ ਤੁਸੀਂ ਉਹਨੂੰ ਬਹੁਤ ਤੇਜ਼ ਜਾ ਕੇ, ਜਹਾਜ਼ 'ਚ ਜਾ ਕੇ, ਹੈਲੀਕਾਪਟਰ 'ਚ ਜਾ ਕੇ, ਟ੍ਰੇਨ 'ਚ ਜਾ ਕੇ, ਬੁਲਟ ਟ੍ਰੇਨ 'ਚ ਜਾ ਕੇ, ਜਾਂ ਆਪਣੀ ਬਹੁਤ ਹੀ ਸਪੀਡ ਅਪ ਵਾਲੀ ਕਾਰ ਜਿਹੜੀ ਹੈਗੀ ਉਹਦੇ 'ਚ ਜਾ ਕੇ, ਸੜਕ ਦੇ ਉੱਤੇ ਤੜਕੇ ਜਾ ਕੇ, ਜਦੋਂ ਰਸ਼ ਨਹੀਂ ਹੁੰਦਾ, ਤਾਂ ਇੱਦਾਂ ਦਾ ਕੁਛ ਅਰੇਂਜਮੈਂਟ ਕਰਕੇ ਵੀ ਜਲਦੀ ਤੋਂ ਜਲਦੀ ਅਸੀਂ ਪਹੁੰਚਣਾ। ਮੀਨਸ ਤੁਸੀਂ ਟਾਈਮ ਘਟਾਉਣਾ ਵਾ। ਸੋ ਯੂ ਵਾਂਟ ਟੂ ਰਿਡਿਊਸ ਟਾਈਮ। ਸੋ ਤੁਸੀਂ ਟਾਈਮ ਘਟਾਉਣਾ ਚਾਹੁੰਦੇ ਹਾਂ, ਰਿਡਿਊਸ ਟਾਈਮ, ਤੁਸੀਂ ਟਾਈਮ ਨੂੰ ਘੱਟ ਕਰਨਾ ਚਾਹੁੰਦੇ ਹਾਂ। ਟਾਈਮ, ਕਿਉਂਕਿ ਦੂਰੀ ਫਿਕਸ ਆ ਵੀ ਤੁਹਾਨੂੰ ਪਤਾ ਆ ਗਿਆ ਅਸੀਂ ਇੱਥੋਂ ਇੱਥੇ ਤੱਕ ਜਾਣਾ ਵਾ, ਇਹ ਤਾਂ ਇੰਨਾ ਹੀ ਰਹਿਣਾ ਵਾ। ਆਹ ਲੁਧਿਆਣਾ ਆ, ਦਿੱਲੀ ਆ। ਸੋ ਦਿਸ ਇਜ਼ ਲੁਧਿਆਣਾ, ਦਿਸ ਇਜ਼ ਦਿੱਲੀ। ਸੋ ਦਿਸ ਰਿਮੇਨਸ 300 ਕਿਲੋਮੀਟਰ। ਇਹਨੂੰ ਤਾਂ ਆਪਾਂ ਕੁਛ ਨਹੀਂ ਕਰ ਸਕਦੇ। ਹਾਂ ਇਹ ਕਰ ਸਕਦੇ ਕਿ ਅਸੀਂ ਹੋਰ ਤੇਜ਼ ਗੱਡੀ ਤੇਜ਼ ਚਲਾਓ, ਟ੍ਰੇਨ ਤੇਜ਼ ਚੱਲੇ, ਜਹਾਜ਼ ਤੇਜ਼ ਚੱਲੇ, ਤਾਂ ਅਸੀਂ ਇੱਥੇ ਛੇਤੀ ਪਹੁੰਚ ਜਾਈਏ। ਸੋ ਇਹਦਾ ਮਤਲਬ ਟਾਈਮ ਦੇ ਵਿੱਚ ਫਰਕ ਪੈ ਸਕਦਾ ਵਾ, ਦੂਰੀ ਓਨੀ ਹੀ ਰਹਿੰਦੀ ਆ। ਇਹਦਾ ਮਤਲਬ ਇਹ ਟਾਈਮ ਦਾ ਅਤੇ ਦੂਰੀ ਦਾ ਕੀ ਸੰਬੰਧ ਆ ਮੋਸ਼ਨ ਦੇ ਵਿੱਚ। ਸੋ ਉਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਹੁਣ ਕਰਾਂਗੇ। ਹੁਣ ਸਮਝੇਗੇ ਮੇਰਾ ਖਿਆਲ ਤੁਹਾਨੂੰ ਓਰੀਜਨ, ਮੂਲ ਬਿੰਦੂ, ਕਿੱਥੋਂ ਆਪਾਂ ਟਾਈਮ ਨੋਟ ਕਰਨਾ ਵਾ, ਕਿੱਦਾਂ ਅਸੀਂ ਦੂਰੀ ਨੋਟ ਕਰਨੀ ਆ। ਮਤਲਬ ਕਿ ਅਸੀਂ ਜਦੋਂ ਵੀ ਚੱਲਣਾ ਵਾ ਉਦੋਂ ਟਾਈਮ ਨੋਟ ਕਰਨਾ ਵਾ, ਉਦੋਂ ਦੂਰੀ ਨੋਟ ਕਰਨੀ ਆ। ਉਹਨੂੰ ਅਸੀਂ 0 ਕਹਿ ਦਿੰਦੇ ਹੁੰਦੇ ਹਾਂ। ਉਹ ਜ਼ਰੂਰੀ ਨਹੀਂ ਹੁੰਦਾ ਕਿ 0 ਤੇ 0 ਹੀ ਹੋਇਆ ਹੋਵੇ, ਕਿਉਂਕਿ ਉਹ ਜ਼ਰੂਰੀ ਥੋੜ੍ਹੀ ਕਿ ਤੁਸੀਂ ਉੱਥੇ ਹੀ ਬੱਸ ਅੱਡੇ ਤੋਂ ਹੀ ਟਾਈਮ ਨੋਟ ਕਰ ਲਿਆ। ਤੁਹਾਡਾ, ਤੁਸੀਂ ਸ਼ਹਿਰ 'ਚ ਰਹਿੰਦੇ ਆ, ਜਿਸ ਸ਼ਹਿਰ ਦੀ ਗੱਲ ਕਰਦੇ ਹੋ, ਜਿੱਦਾਂ ਆਪਾਂ ਹੁਣੀ ਗੱਲ ਕੀਤੀ, ਤੁਸੀਂ 9 ਵਜੇ ਚੱਲੇ ਹੋ, ਤਾਂ ਤੁਸੀਂ ਫਿਰ 9 ਵਜੇ ਦੇ ਹਿਸਾਬ ਨਾਲ ਆਪਣੇ ਸਾਰੇ ਕਾਰਵਾਈ ਕਰੋਗੇ ਨਾ। ਤੁਹਾਨੂੰ ਪਤਾ ਕਿ ਅਸੀਂ ਇੱਕ ਫਿਲਮ ਦੇਖਣ ਚੱਲੇ ਹਾਂ, ਅਸੀਂ ਫਿਲਮ ਦੇਖਣ ਗਏ, 10 ਵਜੇ ਫਿਲਮ ਸ਼ੁਰੂ ਹੋਣੀ ਆ, ਤੁਸੀਂ 9 ਵਜੇ ਘਰੋਂ ਨਿਕਲੋਗੇ ਅਤੇ 10 ਵਜੇ ਫਿਲਮ ਸ਼ੁਰੂ ਹੋਈ। 3 ਘੰਟੇ ਦੀ ਫਿਲਮ ਸੀਗੀ, ਤੁਸੀਂ 3 ਘੰਟੇ ਫਿਲਮ ਦੇਖੀ, ਤਾਂ ਉਹ ਫਿਰ 10 ਵਜੇ ਸ਼ੁਰੂ ਸੀ, 10 ਜਮ੍ਹਾਂ 3, 10 ਵੱਜ ਗਏ, 11 ਵੱਜ ਗਏ, 12 ਵੱਜ ਗਏ ਅਤੇ 1 ਵੱਜ ਗਿਆ। ਇਹਦੇ ਮਤਲਬ 1 ਵਜੇ ਫਿਲਮ ਖਤਮ ਹੋਊਗੀ। ਸੋ ਮੀਨਸ ਯੂ ਹੈਵ 3 ਆਵਰਸ। ਤੁਹਾਨੂੰ ਪਤਾ ਕਿ 3 ਘੰਟੇ ਲੱਗਣੇ ਆ। ਸੋ ਇਹਦਾ ਮਤਲਬ ਕਿੱਥੋਂ ਲੈ ਕੇ ਕਿੱਥੋਂ ਤੱਕ ਲੱਗਣੇ ਆ, ਇਹ ਵੀ ਤੁਹਾਨੂੰ ਪਤਾ ਹੈਗਾ ਵੀ ਇੱਥੋਂ ਲੈ ਕੇ ਇੱਥੋਂ ਤੱਕ ਟਾਈਮ ਲੱਗਣਾ ਆ। ਇੱਦਾਂ ਹੀ ਦੂਰੀ ਆ, ਤੁਸੀਂ ਕਿੱਥੋਂ ਚੱਲੇ ਅਤੇ ਕਿੱਥੇ ਪਹੁੰਚੇ, ਜਿੱਥੇ ਪਹੁੰਚੇ ਅਤੇ ਕਿੱਥੋਂ ਪਹੁੰਚੇ, ਉਹਨਾਂ ਦੋਨਾਂ ਨੂੰ ਘਟਾਉਣਾ ਹੈਗਾ। ਸੋ ਇਹਨੂੰ ਹੁਣ ਆਪਾਂ ਜੇ ਫਿਰ ਬਰੀਫ ਕਰੀਏ ਸਾਰੀ ਗੱਲਬਾਤ ਨੂੰ ਇੱਕ ਵਾਰੀ ਫਿਰ, ਤਾਂ ਅਸੀਂ ਕੀ ਕਰਦੇ ਹਾਂ। ਸੋ ਸਾਡੇ ਕੋਲ ਕੀ ਹੁੰਦਾ, ਸੋ ਵੀ ਹੈਵ
okay, we have started from some time 0, we have traveled through time 1, traveled through time 2, time ਤਾਂ ਬੀਤਦਾ ਹੀ ਜਾਣਾ ਜਿੱਦਾਂ ਮਰਜ਼ੀ ਕਰ ਲਓ। t4 ਇੱਦਾਂ ਹੀ ਉਸ ਵੇਲੇ ਤੁਸੀਂ x0 ਜਿਹੜਾ ਸੀਗਾ ਮਾਈਲਸਟੋਨ, ਇਹ ਤੁਹਾਡੀ ਪੋਜੀਸ਼ਨ ਐਕਚੁਅਲੀ ਜਿਹੜਾ x0 ਮੈਂ ਦੱਸਦਾ ਪਿਆ ਇਹ ਤੁਹਾਡੀ ਦੂਰੀ ਨਹੀਂ ਗਾ, ਇਹ ਪੋਜੀਸ਼ਨ ਦੱਸਦਾ ਪਿਆ, ਤੁਹਾਡੀ ਸਥਿਤੀ ਕੀ ਆ, ਸਥਿਤੀ ਨੂੰ ਦੱਸਦਾ ਪਿਆ ਇਹ ਨਹੀਂ ਦੱਸਦਾ ਤੁਸੀਂ ਕਿੰਨੀ ਦੂਰ ਆ, ਇਹ ਤੁਹਾਡੀ ਪੋਜੀਸ਼ਨ ਆ ਇੰਨੇ ਵਜੇ ਕੇ ਟਾਈਮ ਇਨ 'ਤੇ t0 ਟਾਈਮ 'ਤੇ ਤੁਸੀਂ x0 ਥਾਂ 'ਤੇ ਹੈਗੇ ਹੋ, ਇਹ ਤੁਹਾਡੀ ਪੋਜੀਸ਼ਨ ਆ, ਸਥਿਤੀ ਆ। ਤੁਸੀਂ ਕਿੰਨੀ ਦੂਰ ਗਏ ਉਹਦੀ ਗੱਲ ਨਹੀਂ ਕੀਤੀ, ਉਹਦੀ ਗੱਲ ਆਪਾਂ ਕਰਨ ਲਈ ਘਟਾਉਣਾ ਪਊਗਾ ਸਾਨੂੰ, ਵੀ ਤੁਹਾਡੀ ਦੂਰੀ ਕਰਨ ਲਈ ਤੁਹਾਨੂੰ ਸੋ ਦੂਰੀ ਪਤਾ ਕਰਨ ਲਈ, ਡਿਸਟੈਂਸ ਪਤਾ ਕਰਨ ਲਈ ਸਾਨੂੰ ਇਹਨਾਂ ਨੂੰ ਘਟਾਉਣਾ ਪਊਗਾ। ਵੀ ਹੈਵ ਟੂ ਸਬਟਰੈਕਟ ਦਾ ਪੋਜੀਸ਼ਨਸ। ਸੋ ਪੋਜੀਸ਼ਨ 1, ਸੋ ਪੋਜੀਸ਼ਨ 1 ਅਤੇ ਪੋਜੀਸ਼ਨ 2 ਜਿਹੜੀ ਹੈਗੀ ਆ, ਜਾਂ ਪੋਜੀਸ਼ਨ 2 ਅਤੇ ਪੋਜੀਸ਼ਨ 1 ਨੂੰ ਘਟਾਉਣਾ ਪਊਗਾ। ਸੋ ਜਿੱਦਾਂ x1 ਮਾਈਨਸ x0 ਕਰਕੇ ਜਦੋਂ ਅਸੀਂ x1 ਮਾਈਨਸ x0 ਕਰਾਂਗੇ ਤਾਂ ਉਹ ਸਾਡੇ ਕੋਲ ਦੂਰੀ ਆਊਗੀ। ਇੱਦਾਂ ਹੀ ਜੇ ਮੈਂ ਇੱਥੇ x2 'ਤੇ ਪਹੁੰਚ ਗਿਆ, ਇੱਦਾਂ ਹੀ ਮੈਂ x3 'ਤੇ ਪਹੁੰਚ ਗਿਆ, ਇੱਥੇ ਮੈਂ x4 'ਤੇ ਪਹੁੰਚ ਗਿਆ ਐਂਡ ਸੋ ਔਨ। ਸੋ ਇੱਦਾਂ ਮੈਂ ਚੱਲੀ ਜਾਂਦਾ, ਵਿੱਚ ਮੈਂ ਨੋਟ ਕਰੀ ਜਾਂਦਾ ਕਦੋਂ ਮੈਂ ਕਿੱਥੇ ਪਹੁੰਚਿਆ। ਸੋ ਮੰਨ ਲਓ ਕਿ ਮੈਂ ਹਰ 1 ਮਿੰਟ ਬਾਅਦ ਤਾਂ ਨਹੀਂ ਨਾ ਨੋਟ ਕਰੂੰਗਾ ਵੀ ਮੈਂ ਇੱਥੇ ਮੰਨ ਲਓ 9 ਵਜੇ ਚੱਲਿਆ ਸੀਗਾ ਅਤੇ 9 ਵਜੇ ਚੱਲਿਆ ਸੀ, ਮੈਂ 9:01 'ਤੇ ਮੈਂ 10 ਮਿੰਟ ਬਾਅਦ ਫਿਰ ਟਾਈਮ ਨੋਟ ਕਰ ਲਿਆ, ਫਿਰ ਮੈਨੂੰ ਯਾਦ ਆਇਆ ਮੈਂ 25 ਮਿੰਟਾਂ ਬਾਅਦ ਟਾਈਮ ਨੋਟ ਕਰ ਲਿਆ, ਫਿਰ ਮੈਂ ਮੰਨ ਲਓ 11 ਵਜੇ, ਕੋਈ ਮੈਨੂੰ ਪਤਾ ਸਫ਼ਰ ਲੰਬਾ, ਮੈਂ ਫਿਰ ਟਾਈਮ ਨੋਟ ਹੀ ਨਹੀਂ ਕੀਤਾ, ਮੈਂ ਮੰਨ ਲਓ 10 ਵਜੇ ਨੋਟ ਕਰ ਲਿਆ, ਫਿਰ ਮੇਰਾ ਦਿਲ ਕੀਤਾ ਮੈਂ 12 ਵਜੇ ਟਾਈਮ ਨੋਟ ਕਰ ਲਿਆ, ਠੀਕ ਹੈ ਨਾ। ਸੋ ਇੱਦਾਂ ਹੀ ਮੈਂ x0 ਜਿਹੜੀ 0 ਪੋਜੀਸ਼ਨ ਸੀ ਉਦੋਂ ਮੈਂ ਜਦੋਂ ਚੱਲਣ ਲੱਗੇ ਦੇਖ ਲਿਆ ਸੀ ਕਿ ਮੈਂ ਕਿਹੜੇ ਮੀਲ ਪੱਥਰ ਤੋਂ ਚੱਲਣ ਲੱਗਾ ਵਾਂ। ਮੈਂ ਉਹ ਵਾਲੇ ਮੀਲ ਪੱਥਰ ਦੀ ਪੋਜੀਸ਼ਨ ਜਿਹੜੀ ਸੀਗੀ ਮੰਨ ਲਓ ਕਿ ਉਹ 10 ਕਿਲੋਮੀਟਰ ਵਾਲਾ ਨਿਸ਼ਾਨ ਲੱਗਿਆ ਸੀ, ਉੱਥੇ ਜਿਹੜਾ ਨਿਸ਼ਾਨ ਹੈ ਗੋਲ ਵਾਲਾ ਨਿਸ਼ਾਨ ਲੱਗਾ ਸੀ, ਉੱਤੇ 10 ਕਿਲੋਮੀਟਰ ਲਿਖਿਆ ਸੀ। ਸੋ 10 ਕਿਲੋਮੀਟਰ ਆ, ਫਿਰ ਮੈਂ ਦੇਖਿਆ ਵੀ 10 ਮਿੰਟਾਂ ਬਾਅਦ ਮੈਂ ਸ਼ਾਇਦ 13 ਕਿਲੋਮੀਟਰ 'ਤੇ ਹੋ ਸਕਦਾ ਮੈਂ ਜ਼ਰੂਰੀ ਵੀ 10 'ਤੇ ਉੱਥੇ ਐਗਜ਼ੈਕਟਲੀ ਪਹੁੰਚਿਆ ਹੀ ਹੋਵਾਂ, ਮੈਂ ਗਾਂਹ ਪਿਛਾਂਹ ਵੀ ਹੋ ਸਕਦਾ, ਪਰ ਮੈਂ ਫੋਰ ਕਨਵੀਨੀਅੰਸ ਮੰਨੀ ਜਾਂਦਾ ਕਿ ਮੈਂ ਉੱਥੇ ਮਾਈਲਸਟੋਨ 'ਤੇ ਜਦੋਂ ਪਹੁੰਚਿਆ ਉਦੋਂ ਹੀ ਮੈਂ ਟਾਈਮ ਨੋਟ ਕੀਤਾ। ਫਿਰ ਉਸ ਤੋਂ ਬਾਅਦ ਮੰਨ ਲਓ ਕਿ ਆਪਾਂ ਤੇਜ਼ ਹੋ ਗਏ, ਸੜਕ ਖਾਲੀ ਸੀਗੀ ਤਾਂ ਆਪਾਂ 10 ਤੋਂ ਚੱਲੇ 3 ਕਿਲੋਮੀਟਰ ਪਹੁੰਚੇ, ਇੱਥੇ ਆਪਾਂ ਨੂੰ 10 ਮਿੰਟ ਹੀ ਲੱਗੇ ਸੀ, ਹੁਣ ਆਪਾਂ ਨੂੰ 10 ਮਿੰਟਾਂ ਤੋਂ 15 ਮਿੰਟ ਹੋ ਗਏ ਆ, ਤਾਂ ਮੈਂ ਮੰਨ ਲੈਂਦਾ ਕਿ ਮੈਂ 25 ਕਿਲੋਮੀਟਰ ਵਾਹਵਾ ਤੇਜ਼ ਚੱਲਿਆ, ਮੈਂ ਤੇਜ਼ ਆਪਣੀ ਗੱਡੀ ਚਲਾਈ। ਫਿਰ ਉਸ ਤੋਂ ਬਾਅਦ 10:35 ਹੋਰ ਬੀਤ ਚੁੱਕੇ ਆ, ਤਾਂ ਹੁਣ ਮੰਨ ਲਓ ਕਿ ਮੈਂ ਜਿਹੜਾ ਹੈਗਾ ਕਿਹੜੇ ਪੱਥਰ 'ਤੇ ਪਹੁੰਚ ਗਿਆ ਹੋਊਂਗਾ, ਮੰਨ ਲਓ ਕਿ ਮੈਂ ਜਿਹੜਾ ਹੈਗਾ ਵਾ 25 ਤੋਂ ਬਾਅਦ ਯੂ ਕੈਨ ਸੇ ਕਿ ਮੈਂ 50 ਵਾਲੇ ਪੱਥਰ 'ਤੇ ਪਹੁੰਚ ਗਿਆ ਹੈਗਾ, ਠੀਕ ਆ। ਫਿਰ 12:02 ਬੀਤ ਚੁੱਕੇ ਆ, ਅਤੇ 2 ਘੰਟੇ ਬੀਤ ਚੁੱਕੇ ਆ ਇੱਥੋਂ 10 ਤੋਂ 12 ਦੇ ਵਿਚਕਾਰ। ਸੋ ਮੇਰੀ ਸਪੀਡ ਵੀ ਕਾਫੀ ਹੋਊਗੀ, ਇਹਦਾ ਮਤਲਬ ਸੜਕ ਖਾਲੀ ਹੋਣੀ ਆ, ਖੁੱਲ੍ਹੀ ਸੜਕ ਹੋਣੀ ਆ, ਖਿੱਚਤੀ ਗੱਡੀ, ਸਪੀਡ ਅਪ ਕਰ ਲਈ, ਜਾਂ ਕੋਂਸਟੈਂਟ ਸਪੀਡ 'ਤੇ ਚੱਲੇ ਹੋਏ 60-70 ਦੀ ਸਪੀਡ 'ਤੇ, ਉਹਨੂੰ ਬ੍ਰੇਕ ਨਹੀਂ ਲਾਉਂਦੇ ਪਏ, ਖਿੱਚੀ ਜਾਂਦੇ ਆ, ਚੱਲੀ ਜਾਂਦੇ ਆ। ਤਾਂ 2 ਘੰਟਿਆਂ ਦੇ ਵਿੱਚ ਆਪਾਂ ਮੰਨ ਲਓ ਕਿ 200 ਕਿਲੋਮੀਟਰ ਦੇ ਕਰੀਬ ਆਪਾਂ 200 ਤੋਂ ਜ਼ਿਆਦਾ ਹੋ ਗਿਆ, ਚਲੋ 60 120 ਜਿਹੜਾ 170 80 180 ਜਿਹੜਾ ਪੱਥਰ ਆ ਉੱਥੇ ਆਪਾਂ ਪਹੁੰਚ ਗਏ ਮੰਨ ਲਓ। ਸੋ ਇਹ ਮੈਂ ਥੋੜ੍ਹਾ ਜਿਹਾ ਪ੍ਰੈਕਟੀਕਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਕੋਈ ਉਹ ਰਫਲੀ ਵੀ ਤੁਸੀਂ ਕੁਛ ਵੀ ਲਿਖ ਸਕਦੇ ਸੀ, ਮੈਂ ਪ੍ਰੈਕਟੀਕਲੀ ਹੋਣ ਦੀ ਗੱਲ ਕੀਤੀ ਕਿ ਜੇ ਆਪਾਂ ਆਮ ਕਰਕੇ ਸੜਕ 'ਤੇ ਚੱਲੀਏ ਤਾਂ ਲਗਭਗ ਆਪਾਂ ਇੱਦਾਂ ਚੱਲਾਂਗੇ, ਇੱਦਾਂ ਟਾਈਮ ਨੋਟ ਕਰਾਂਗੇ, ਤਾਂ ਫਿਰ ਦੂਰੀ ਆਪਾਂ ਆਹ ਵਾਲੀ ਜੇ ਦੂਰੀ ਨੋਟ ਕਰਨੀ ਆ ਤਾਂ ਅਸੀਂ ਇਹਨਾਂ ਨੂੰ ਘਟਾਵਾਂਗੇ, ਤਾਂ ਫਿਰ ਦੂਰੀ ਆ ਜਾਊਗੀ ਇੱਥੋਂ ਲੈ ਕੇ ਇੱਥੋਂ ਤੱਕ ਵਾਲੀ। ਜੇ ਅਸੀਂ ਇੱਥੋਂ ਵਾਲੀ ਦੂਰੀ ਲੈਣੀ ਆ ਤਾਂ ਫਿਰ ਅਸੀਂ x2 ਚੋਂ x1 ਘਟਾਵਾਂਗੇ, ਮਤਲਬ 25 ਚੋਂ 13। ਜੇ ਅਸੀਂ ਆਹ ਦੂਰੀ ਨੋਟ ਕਰਨੀ ਆ ਫਿਰ ਅਸੀਂ x3 ਚੋਂ x2 ਘਟਾਵਾਂਗੇ, 50 ਚੋਂ 25। ਜੇ ਮੰਨ ਲਓ ਮੈਂ ਇੱਥੋਂ ਲੈ ਕੇ ਇੱਥੋਂ ਤੱਕ ਦੂਰੀ ਨੋਟ ਕਰਨੀ ਆ ਆਹ ਵਾਲੀ, ਵੀ ਇੱਥੋਂ ਲੈ ਕੇ ਜਦੋਂ ਮੈਂ 13 ਕਿਲੋਮੀਟਰ ਤੋਂ 180 ਕਿਲੋਮੀਟਰ ਤੱਕ ਗਿਆ, ਮਤਲਬ x1 x4 ਮਾਈਨਸ x1 ਪਤਾ ਕਰੂੰਗਾ, ਇੱਦਾਂ ਮੈਂ ਟਾਈਮ ਪਤਾ ਕਰ ਸਕਦਾ, ਇਹਨੂੰ ਘਟਾ ਕੇ ਇਹਨੂੰ ਘਟਾ ਕੇ ਇਹਨੂੰ ਘਟਾ ਕੇ ਇਹਨੂੰ ਘਟਾ ਕੇ ਇਹਨਾਂ ਨੂੰ ਘਟਾ ਕੇ ਇਹਨਾਂ ਨੂੰ ਘਟਾ ਕੇ। ਸੋ ਜਿੱਦਾਂ ਦਾ ਟਾਈਮ ਮੈਨੂੰ ਲੋੜ ਆ ਮੈਂ ਉੱਦਾਂ ਦਾ ਟਾਈਮ ਜਿਹੜਾ ਉਹ ਨੋਟ ਕਰ ਸਕਦਾ। ਸੋ ਜਦੋਂ ਤੁਸੀਂ x0 ਦੱਸਦੇ ਵੀ ਤੁਸੀਂ ਹੈਗੇ ਕਿੱਥੇ ਆ, ਉਹ ਤੁਹਾਡੀ ਪੋਜੀਸ਼ਨ ਹੁੰਦੀ ਆ। ਜਦੋਂ ਪੋਜੀਸ਼ਨਾਂ ਨੂੰ ਤੁਸੀਂ ਘਟਾ ਦਿੰਦੇ ਆ ਕਿ ਦੂਜੀ ਪੋਜੀਸ਼ਨ 'ਤੇ ਪਹਿਲੀ ਪੋਜੀਸ਼ਨ ਨੂੰ ਘਟਾ ਕੇ ਦੱਸੋ ਦੂਰੀ ਡਿਸਟੈਂਸ ਕਿੰਨਾ ਆਇਆ, ਸੋ ਦੈਟ ਇਜ਼ ਯੂਅਰ ਜਿਹੜੀ ਹੈਗੀ x2 ਮਾਈਨਸ x1 is you will say delta x is x2 minus x1, ਜਿਹੜਾ ਫਰਕ ਪਿਆ ਦੂਰੀਆਂ ਦਾ ਉਹਨੂੰ ਅਸੀਂ delta x, ਜਿਹੜਾ ਟਾਈਮ ਦਾ ਫਰਕ ਪਿਆ ਉਹਨੂੰ ਅਸੀਂ ਕਹਿੰਦੇ t2 minus t1। ਤਾਂ ਜੇ ਅਸੀਂ ਕਹੇ ਸ਼ੁਰੂ ਵਾਲੇ ਟਾਈਮ ਨੂੰ ਕੰਸੀਡਰ ਕਰੋ ਤਾਂ ਫਿਰ ਅਸੀਂ ਕਹਿ ਦਿੰਦੇ ਹਾਂ ਕਿ delta x ਜਿਹੜਾ ਹੈਗਾ ਉਹ t1 minus t0
ਤੇ ਸੋਰੀ ਡੈਲਟਾ ਟੀ, ਸੋ ਡੈਲਟਾ ਐਕਸ ਇਜ਼ ਇਕੁਅਲ ਟੂ x1 ਮਾਈਨਸ x0। ਸੋ ਫਿਰ ਅਸੀਂ ਟਾਈਮ ਜਿਹੜਾ ਹੈਗਾ ਉਹ 0 ਨੂੰ ਬੇਸ ਮੰਨ ਲੈਂਦੇ ਹਾਂ। ਮੰਨ ਲਓ ਕਿ ਅਸੀਂ ਸ਼ੁਰੂ ਹੀ 0 ਤੋਂ ਕਰਦੇ, ਅਸੀਂ ਸਾਰਾ ਹਿਸਾਬ ਕਿਤਾਬ ਵੀ 0 ਤੋਂ ਸ਼ੁਰੂ ਕਰਦੇ, ਅਸੀਂ ਖੜੇ ਵੀ 0 ਕਿਲੋਮੀਟਰ 'ਤੇ ਹੁੰਦੇ, ਸਾਡੀ ਘੜੀ 'ਤੇ ਵੀ 0 ਟਾਈਮ ਹੀ ਹੋਇਆ ਹੁੰਦਾ, 0 ਆਵਰਸ ਹੋਏ ਹੁੰਦੇ, ਫਿਰ ਤਾਂ ਸਾਡਾ ਕੰਮ ਹੀ ਸੌਖਾ ਸੀ। ਫਿਰ ਤਾਂ ਅਸੀਂ ਸਿੱਧਾ ਹੀ ਜਿੰਨੇ ਵੀ ਜਿੱਥੇ ਵੀ ਜਾਈ ਜਾਂਦੇ ਉਹ ਸਾਡਾ ਸਿੱਧਾ ਟਾਈਮ ਆਈ ਜਾਂਦਾ ਅਤੇ ਓਨੀ ਸਾਡੀ ਜਿਹੜੀ ਆ ਉਹ ਦੂਰੀ ਆਈ ਜਾਣੀ ਸੀਗੀ। ਸੋ ਵੀ ਹੈਡ ਨੋ ਪ੍ਰੋਬਲਮ ਇਨ ਦੈਟ ਕੇਸ। ਸੋ ਥੈਂਕ ਯੂ।